ਰਹਿੰਦ ਖੂੰਹਦ ਇੱਕ ਅਜਿਹਾ ਅੱਖਰ ਹੈ ਜਿਹਨੂੰ ਅਸੀਂ ਵਾਧੂ ਜਿਹੀ ਸਮਝੀਦਾ ਕੀ ਕਰਨਾ ਰਹਿੰਦ ਖੂੰਹਦ ਹੈ ਇਹਨੂੰ ਛੱਡੋ ਪਰਾਂ। ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਵਰੁਣ ਕੌਰ ਮਾਨ। ਰਹਿੰਦ ਖੂੰਹਦ ਦੀ ਮੈਂ ਤਾਂ ਗੱਲ ਕੀਤੀ ਹੈ, ਬਹੁਤ ਕੀਮਤੀ ਹੋ ਸਕਦਾ ਹੈ, ਇਸ ਦਾ ਬਹੁਤ ਵਧੀਆ ਜਿਹੜਾ ਫਾਇਦਾ ਉਠਾਇਆ ਜਾ ਸਕਦਾ, ਬਹੁਤ ਜ਼ਿਆਦਾ ਇਸ ਤੋਂ ਕਮਾਈ ਕੀਤੀ ਜਾ ਸਕਦੀ ਹੈ। ਹੁਣ ਬਈ ਵੱਖਰੀਆਂ ਚੀਜ਼ਾਂ ਦੇ ਵੱਖਰੇ ਰਹਿੰਦ ਖੂੰਹਦ ਹੁੰਦੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਖੇਤੀਬਾੜੀ ਦੀ ਰਹਿੰਦ ਖੂੰਹਦ ਤੋਂ ਕਮਾਈ ਦੇ ਸਾਧਨ, ਕਿਵੇਂ ਕਮਾਈ ਕੀਤੀ ਜਾ ਸਕਦੀ ਹੈ ਔਰ ਕਿਹੜੀਆਂ ਚੀਜ਼ਾਂ ਦੇ ਜ਼ਰੀਏ ਇਸ ਦੀ ਕਮਾਈ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਹੋਰ ਵੀ ਮੇਰੇ ਸਵਾਲ ਹੋਣਗੇ, ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਜੁਝਾਰ ਸਿੰਘ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸਟੇਟ ਅਵਾਰਡਡ ਵੀ ਨੇ। ਯੰਗ ਸਾਇੰਟਿਸਟ, ਯੰਗ ਅਚੀਵਰ, ਲੰਬੀ ਲਿਸਟ ਹੈ। ਕੰਮ ਦੀ ਗੱਲ ਇਹ ਹੈ ਕਿ ਇਹਨਾਂ ਨੇ ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ। ਬਹੁਤ ਸਵਾਗਤ ਜੀ। ਥੈਂਕ ਯੂ। ਅਸੀਂ ਰਹਿੰਦ ਖੂੰਹਦ ਜੀ ਆਮ ਤੌਰ ਤੇ ਜਦੋਂ ਨਿੱਜੀ ਜ਼ਿੰਦਗੀ ਦੇ ਵਿੱਚ ਇਸ ਅੱਖਰ ਨੂੰ ਅਸੀਂ ਵਰਤਦੇ ਆ ਨਾ, ਜਿੱਦਾਂ ਕੋਈ ਮਤਲਬ ਨਹੀਂ ਹੁੰਦਾ, ਰਹਿੰਦ ਖੂੰਹਦ ਮਤਲਬ ਬਿਨਾਂ ਗੱਲ ਦਾ। ਬਟ ਤੁਹਾਡੇ ਨਾਲ ਜਦੋਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਇਹਨਾਂ ਦੇ ਨਾਲ, ਇੱਦਾਂ ਪਤਾ ਲੱਗਿਆ ਕਿ ਇਹ ਕਿੰਨੀ ਇੰਪੋਰਟੈਂਟ ਵੈਲਿਊਏਬਲ ਚੀਜ਼ ਹੋ ਸਕਦੀ ਹੈ। ਰਹਿੰਦ ਖੂੰਹਦ ਪ੍ਰਾਪਤ ਕਰਨ ਦੇ ਸਾਡੇ ਸਰੋਤ ਕੀ ਨੇ? ਪਹਿਲਾਂ ਤਾਂ ਇੱਥੋਂ ਸ਼ੁਰੂਆਤ ਕਰਦੇ ਹਾਂ। ਦੇਖੋ, ਐਗਰੀਕਲਚਰ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਐਗਰੀਕਲਚਰ ਵੇਸਟ ਸਾਨੂੰ ਖੇਤਾਂ 'ਚੋਂ ਮਿਲਦੀ ਹੈ ਜੀ। ਪਰ ਇਸ ਤਰ੍ਹਾਂ ਵੀ ਨਹੀਂ ਹੈ ਕਿ ਉਹ ਖੇਤਾਂ ਦੇ ਵਿੱਚ ਹੀ ਰਹਿ ਗਈ, ਸਾਡੇ ਘਰਾਂ ਦੇ ਵਿੱਚ ਵੀ ਐਗਰੀਕਲਚਰ ਦੀ ਰਹਿੰਦ ਖੂੰਹਦ ਸਾਨੂੰ ਕਾਫੀ ਮਿਲਦੀ ਹੈ। ਜਿਵੇਂ ਸਾਡੀ ਕਿਚਨ ਵੇਸਟ ਹੈ ਜੀ, ਸੋ ਇਹਨਾਂ ਨੂੰ ਯੂਟਿਲਾਈਜ਼ ਕਰਦੇ ਹਾਂ ਅਸੀਂ ਡਿਫਰੈਂਟ ਤਰ੍ਹਾਂ ਦੀਆਂ ਖਾਦਾਂ ਬਣਾਉਣ ਦੇ ਵਿੱਚ ਜੀ। ਪਰ ਜਿਹੜੀ ਐਗਰੀਕਲਚਰ ਦੀ ਵੇਸਟ ਹੈ, ਅਸੀਂ ਸਿਰਫ ਉਹਦੇ ਤੋਂ ਵਰਮੀ ਕੰਪੋਸਟ ਜਾਂ ਹੋਰ ਖਾਦਾਂ ਬਣਾਉਣ ਦੀ ਬਜਾਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਤੋਂ ਕੁਝ ਆਰਟਿਸਟਿਕ ਕਰਾਫਟ ਜਿਹੜੇ ਨੇ ਜੀ ਉਹ ਬਣਾਏ ਜਾਣ ਤਾਂ ਕਿ ਉਹਨਾਂ ਦੀ ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਵੈਲਿਊ ਵੀ ਹੋਵੇ, ਸਾਨੂੰ ਸੇਲ ਕਰਨ ਲੱਗਿਆਂ ਵੀ ਦਿੱਕਤ ਨਾ ਹੋਵੇ ਜੀ, ਔਰ ਦੂਜੀ ਚੀਜ਼ ਕਿਸੇ ਨਾ ਕਿਸੇ ਨੂੰ ਉਹਦੇ ਤੋਂ ਇੰਪਲੋਇਮੈਂਟ ਵੀ ਮਿਲ ਸਕੇ। ਬਹੁਤ ਖੂਬ। ਬਹੁਤ ਸਾਰੀਆਂ ਫਸਲਾਂ ਹੋਣਗੀਆਂ, ਆਪਾਂ ਸਾਰਿਆਂ ਬਾਰੇ ਇਕੱਲਾ ਵੀ ਸਵਾਲ ਪੁੱਛੂੰਗੀ, ਪਰ ਮੈਂ ਚਾਹੁੰਦੀ ਹਾਂ ਸ਼ੁਰੂਆਤ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਕਿ ਕਿਹੜੀਆਂ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਰਹਿੰਦ ਖੂੰਹਦ ਜੀ। ਇਸ ਤੋਂ ਪਹਿਲਾਂ ਮੈਂ ਛੋਟੀ ਜਿਹੀ ਗੱਲ ਐਡ ਕਰਨਾ ਚਾਹਾਂਗਾ ਕਿ ਜਿਹੜੇ ਅਸੀਂ ਕਰਾਫਟ ਦੀ ਗੱਲ ਕਰ ਰਹੇ ਹਾਂ ਜਾਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਜੀ, ਉਹ ਡਰਾਈ ਫਲਾਵਰਸ ਅਸੀਂ ਗੱਲ ਕਰਦੇ ਹਾਂ ਉਹਨੂੰ, ਔਰ ਹੈਰਾਨੀ ਵਾਲੀ ਗੱਲ ਹੈ ਕਿ 70% ਇੰਡੀਆ ਦਾ ਫੁੱਲਾਂ ਦਾ ਐਕਸਪੋਰਟ ਜੀ ਇਹਨਾਂ ਚੀਜ਼ਾਂ ਦਾ ਹੁੰਦਾ ਹੈ। ਔਰ ਦੂਜੀ ਗੱਲ, ਇਹ ਸਾਰਾ ਸਾਊਥ ਤੋਂ ਐਕਸਪੋਰਟ ਹੋ ਰਿਹਾ ਜੀ, ਔਰ ਸਾਡੇ ਪੰਜਾਬ, ਸਾਡੇ ਨਾਰਥ ਇੰਡੀਆ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ। ਸੋ ਇਸ ਕਰਕੇ ਇਹਨਾਂ ਐਗਰੀਕਲਚਰ ਵੇਸਟ ਤੇ ਕੰਮ ਕਰਨ ਦੀ ਸਾਨੂੰ ਲੋੜ ਪਈ। ਔਰ ਜਿਹੜੀਆਂ ਕ੍ਰੌਪਸ ਦੀ ਤੁਸੀਂ ਗੱਲ ਕੀਤੀ, ਸਪੋਜ਼ ਸਾਡੇ ਖੇਤਾਂ 'ਚ ਬਾਜਰਾ ਹੈ ਜੀ, ਅਸੀਂ ਚਾਰੇ ਵਜੋਂ ਪਾਉਂਦੇ ਹਾਂ, ਬਾਜਰੇ ਦੇ ਛਿੱਟੇ ਜਿਹੜੇ ਨੇ ਉਹ ਵੇਸਟ ਰਹਿ ਜਾਂਦੇ ਨੇ ਜੀ, ਸੋ ਉਹਨਾਂ ਨੂੰ ਅਸੀਂ ਡੈਕੋਰੇਟ ਕਰਦੇ ਹਾਂ ਜੀ। ਮੱਕੀ ਦੀ ਛੱਲੀ ਦੇ ਪਰਦੇ ਜਿਹੜੇ ਨੇ ਉਹਨਾਂ ਤੋਂ ਡਿਫਰੈਂਟ ਕਰਾਫਟ ਬਣਦੇ ਨੇ, ਡਾਲਸ ਬਣਦੀਆਂ ਨੇ, ਹੋਰ ਚੀਜ਼ਾਂ ਬਣਦੀਆਂ ਨੇ ਜੀ। ਸੋ ਇਸ ਤੋਂ ਬਿਨਾਂ ਕਣਕ ਹੁਣ ਅਸੀਂ ਵੱਢੀ ਹੈ ਜੀ, ਕਣਕ ਦੇ ਵਿੱਚ ਇੱਕ ਵੀਡ ਸੀਗਾ ਯਾਨੀ ਕਿ ਨਦੀਨ ਸੀਗਾ ਜਿਹਨੂੰ ਅਸੀਂ ਗੁੱਲੀ ਡੰਡਾ ਕਿਹਾ, ਬਿਲਕੁਲ ਕਹਿੰਦੇ ਆ, ਸੋ ਉਹਦੇ ਵੀ ਬਹੁਤ ਸੋਹਣੇ ਕਰਾਫਟ ਬਣਦੇ ਨੇ ਜੀ। ਸੋ ਬੋਰਡ ਦੀਆਂ ਜੜ੍ਹਾਂ ਨੇ, ਪਿੱਪਲ ਦੀਆਂ ਜੜ੍ਹਾਂ ਨੇ, ਸੋ ਇਹਨਾਂ ਤੋਂ ਡਿਫਰੈਂਟ ਕਰਾਫਟ ਨੇ। ਪਿੱਪਲ ਦੇ ਪੱਤਿਆਂ ਦੀ ਸਕੈਲਟਨਿੰਗ ਕਰ ਰਹੇ ਹਾਂ। ਸੋ ਇਹਨਾਂ ਫੁੱਲਾਂ ਨੂੰ ਅਸੀਂ ਡਰਾਈ ਕਰਦੇ ਹਾਂ। ਇੱਕ ਸਕਰੀਨ ਦੇ ਉੱਪਰ ਫੋਟੋਗ੍ਰਾਫ ਅਸੀਂ ਦੇਖ ਸਕਦੇ ਹਾਂ, ਇਹ ਕਿਸ ਖੇਤੀਬਾੜੀ ਦੀ ਕਿਹੜੀ ਰਹਿੰਦ ਖੂੰਹਦ ਤੋਂ ਬਣੀ ਹੈ ਜੀ? ਇਹ ਸਟੈਟਿਸ ਫਲਾਵਰ ਹੈ ਔਰ ਇਹਨੂੰ ਅਸੀਂ ਕੀ ਕਰਦੇ ਹਾਂ, ਜਸਟ ਪੁੱਠਾ ਕਰਕੇ ਲਟਕਾ ਦਿੰਦੇ ਹਾਂ ਜੀ, ਔਰ ਇਹ ਨੈਚੁਰਲੀ ਡਰਾਈ ਹੋ ਜਾਂਦਾ ਹੈ ਔਰ ਆਲਮੋਸਟ 3 ਤੋਂ 4 ਸਾਲ ਤੱਕ ਇਹ ਫੁੱਲ ਸਾਡੇ ਕਮਰਿਆਂ ਦੇ ਵਿੱਚ ਡੈਕੋਰੇਟ ਰਹਿੰਦੇ ਨੇ। ਇਹ ਸੁੱਕਦੇ ਨਹੀਂ? ਇਹ ਸੁਕਾ ਹੀ ਲਏ ਜਾਂਦੇ ਨੇ ਤੇ ਇਹਨਾਂ ਦੇ ਨੈਚੁਰਲ ਕਲਰ ਪ੍ਰੀਜ਼ਰਵ ਕਰ ਲੈਂਦੇ ਹਾਂ ਅਸੀਂ। ਅੱਛਾ ਜੀ। ਬਹੁਤ ਇੱਕ ਹੁੰਦਾ ਨਾ ਕਿ ਅਸੀਂ ਮੈਂ ਹੁਣ ਪਹਿਲਾਂ ਨੈਕਸਟ ਫੋਟੋਗ੍ਰਾਫ ਆ ਇੱਕ ਸਕਰੀਨ ਦੇ ਉੱਤੇ, ਇਸ ਦੇ ਬਾਰੇ ਵੀ ਦੱਸੋ ਸਾਨੂੰ। ਦੇਖੋ, ਇਹੀ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਕਿ ਕਣਕ ਦੇ ਵਿੱਚ ਵੇਸਟ ਹੈ ਗੁੱਲੀ ਡੰਡਾ, ਹਾਂਜੀ, ਔਰ ਜਿਹਨੂੰ ਅਸੀਂ ਸਪਰੇਅ ਕਰਕੇ ਖਤਮ ਕਰਦੇ ਹਾਂ ਜੀ। ਸੋ ਇਹ ਉਹਦੇ ਨੂੰ ਡੈਕੋਰੇਟ ਕਰਨ ਲਈ ਅਸੀਂ ਜਿਹੜੇ ਹੈਗੇ ਆ ਉਹਨੂੰ ਬਣਾਇਆ ਔਰ ਇਹਨੂੰ ਡਿਫਰੈਂਟ ਤਰ੍ਹਾਂ ਦੇ ਕਲਰਸ ਨੈਚੁਰਲ ਕਰਕੇ ਦੇਖੋ ਕਿ ਆਰਨਾਮੈਂਟ ਬਣ ਗਿਆ, ਅਸੀਂ ਘਰਾਂ 'ਚ ਡੈਕੋਰੇਸ਼ਨ ਲਈ ਵਰਤ ਸਕਦੇ ਹਾਂ। ਬਿਲਕੁਲ। ਔਰ ਇਹ ਜਦੋਂ ਅਸੀਂ ਨਿੱਕੀਆਂ ਚੀਜ਼ਾਂ ਨੂੰ ਦੇਖਦੇ ਹਾਂ, ਅਗਲੇ ਫਲਾਵਰ ਨੂੰ ਵੀ, ਜਿਹੜੇ ਫੁੱਲ, ਇਹ ਕਾਹਦੇ ਬਣੇ ਹੋਏ ਹੈ? ਇਹ ਛੱਲੀ ਜਿਹੜੀ ਹੈ ਉਹਦਾ ਜਿਹੜੇ ਪਰਦੇ ਨੇ ਉਹਨਾਂ ਨੂੰ ਵਰਤਿਆ ਗਿਆ। ਤੇ ਇੱਕ ਰਸਤੇ ਦੇ ਵਿੱਚ ਜਦੋਂ ਅਸੀਂ ਜਾਈਏ ਤਾਂ ਸੂਰਜਮੁਖੀ ਦੇ ਫੁੱਲ ਦੇਖਦੇ ਹਾਂ ਹਾਂਜੀ, ਸੋ ਸੈਂਟਰ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਜਦੋਂ ਫੁੱਲ ਸੁੱਕ ਜਾਂਦਾ ਹੈ ਉਹਨੂੰ ਵਰਤਿਆ ਗਿਆ। ਸੋ ਟੋਟਲ ਜਿੰਨਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਵੇਸਟ ਯੂਜ਼ ਕੀਤਾ ਗਿਆ। ਜਿਹੜਾ ਫੁੱਲਦਾਨ ਵੀ ਤੁਸੀਂ ਦੇਖ ਰਹੇ ਹੋ ਮਿੱਟੀ ਦਾ ਫੁੱਲਦਾਨ ਹੈ ਤੇ ਹੱਥਾਂ ਨਾਲ ਪੇਂਟ ਕਰਕੇ ਉਹਨੂੰ ਬਣਾਇਆ ਗਿਆ। ਅੱਛਾ ਜੀ। ਇਹ ਜਿਹੜੇ ਫੁੱਲ ਨੇ
ਇਹ ਸੁੱਕਦੇ ਜਾਂ ਇਹਨਾਂ ਨੂੰ ਕੁਝ ਕੈਮੀਕਲ ਲਾ ਕੇ ਇਹਨਾਂ ਦੀ ਲਾਈਫ ਲੰਬੀ ਕਰਦੇ ਹੋ, ਜ਼ਿੰਦਗੀ ਕਿੱਦਾਂ ਲੰਬੀ ਕਰਦੇ ਹੋ ਇਹਨਾਂ ਦੀ? ਇਹਨਾਂ ਦੇ ਡਿਫਰੈਂਟ ਤਰ੍ਹਾਂ ਦੇ ਮੈਥਡ ਨੇ, ਜਿਵੇਂ ਹੁਣ ਤੁਸੀਂ ਛੱਲੀ ਦੇ ਦੇਖੇ ਨੇ ਜਾਂ ਗੁੱਲੀ ਡੰਡਾ ਦੇਖਿਆ ਜੀ, ਇਹਦੇ ਵਿੱਚ ਅਸੀਂ ਕੋਈ ਵੀ ਕੈਮੀਕਲ ਨਹੀਂ ਵਰਤਿਆ। ਅੱਛਾ ਜੀ। ਔਰ ਇਹ ਨੈਚੁਰਲ ਡਰਾਈ ਨੇ। ਉਸ ਤੋਂ ਪਹਿਲਾਂ ਵੀ ਤੁਸੀਂ ਇੱਕ ਫੁੱਲ ਦੇਖ ਰਹੇ ਜਿਹੜੇ ਪੁੱਠੇ ਲਟਕੇ ਹੋਏ ਸੀ, ਸੋ ਉਹਨਾਂ ਨੂੰ ਵੀ ਅਸੀਂ ਪੁੱਠਾ ਲਮਕਾ ਕੇ ਜਸਟ ਨੈਚੁਰਲ ਡਰਾਈ ਕਰ ਰਹੇ ਹਾਂ, ਕੋਈ ਕੈਮੀਕਲ ਉਹ 'ਚ ਨਹੀਂ ਵਰਤਿਆ ਗਿਆ। ਸੋ ਵੱਡੀ ਗੱਲ ਇਹ ਹੈ ਕਿ ਇਹ ਪਲਾਸਟਿਕ ਦੇ ਜਿਹੜੇ ਫੁੱਲ ਅਸੀਂ ਘਰਾਂ 'ਚ ਡੈਕੋਰੇਸ਼ਨ ਲਈ ਵਰਤਦੇ ਹਾਂ ਉਹਨਾਂ ਦੇ ਸਬਸਟੀਟਿਊਟ ਨੇ। ਇੱਕ ਹੋਰ ਸਕਰੀਨ ਦੇ ਉੱਪਰ ਫੋਟੋ ਹੈ। ਸੋ ਇਹ ਜਿਹੜੇ ਫੁੱਲ ਤੁਸੀਂ ਦੇਖ ਰਹੇ ਹੋ ਇਹ ਵੀ ਛੱਲੀ ਜਿਹੜੀ ਹੁੰਦੀ ਹੈ ਉਹਦੇ ਪਰਦਿਆਂ ਤੋਂ ਇਹ ਫੁੱਲ ਬਣਾਏ ਗਏ ਨੇ। ਅੱਛਾ ਜੀ। ਔਰ ਸਾਰੇ ਦਾ ਸਾਰਾ ਫੁੱਲ ਛੱਲੀ ਦੇ ਪਰਦਿਆਂ ਤੋਂ ਹੀ ਬਣਿਆ ਹੋਇਆ। ਵਾਹ। ਔਰ ਹੈਰਾਨੀ ਗੱਲ ਇਹ ਗੱਲ ਹੈ ਕਿ ਇਹ ਚੀਜ਼ਾਂ ਸਾਡੀਆਂ ਐਕਸਪੋਰਟ ਹੋ ਰਹੀਆਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਿਰਫ ਐਕਸਪੋਰਟ ਨਹੀਂ ਹੋ ਰਹੀਆਂ ਔਰ ਬਹੁਤ ਵਧੀਆ ਪੈਸਾ ਇੰਡੀਆ 'ਚ ਲੈ ਕੇ ਵੀ ਆ ਰਹੀਆਂ ਨੇ। ਅੱਛਾ ਜੀ। ਜਿੱਥੇ ਗੁਲਾਬ ਹੈ, ਜਿੱਥੇ ਗਲੈਡੂਲਸ ਹੈ, ਜਿੱਥੇ ਡੇਲੀਆ ਹੈ, ਡਿਫਰੈਂਟ ਤਰ੍ਹਾਂ ਦੇ ਨੈਚੁਰਲ ਫਲਾਵਰ ਅਸੀਂ ਸੇਲ ਕਰਦੇ ਹਾਂ, ਉੱਥੇ ਇਹਨਾਂ ਫਲਾਵਰਾਂ ਦਾ ਆਲਮੋਸਟ 70% ਐਕਸਪੋਰਟ ਹੋਣਾ ਜੀ ਸਾਨੂੰ ਇਹ ਸ਼ੋ ਕਰਦਾ ਹੈ ਕਿ ਕਿੰਨੀ ਇੰਪੋਰਟੈਂਸ ਇਹਨਾਂ ਦੀ ਇੰਟਰਨੈਸ਼ਨਲ ਮਾਰਕੀਟ 'ਚ। ਇਹ ਤਾਂ ਬੜੀ ਸੋਹਣੀ ਗੱਲ ਹੈ। ਇੱਕ ਹੋਰ ਫੋਟੋਗ੍ਰਾਫ ਅਸੀਂ ਦੇਖ ਰਹੇ ਹਾਂ, ਇਹ ਕਾਦੀ ਬਣੀ ਹੋਈ ਹੈ ਹੁਣ? ਸੋ ਇਹ ਜਿਹੜਾ ਤੁਸੀਂ ਫੁੱਲ ਦੇਖ ਰਹੇ ਹੋ ਇਹ ਪਿੱਪਲ ਦੇ ਪੱਤੇ ਨੇ। ਉਹ ਮੈਂ ਕਿਹਾ ਕੋਈ ਕੱਪੜਾ ਹੈ ਸ਼ਾਇਦ, ਇਹ ਕਿੱਦਾਂ ਬਣਿਆ? ਸੋ ਇਹ ਪਿੱਪਲ ਦੇ ਪੱਤੇ ਦੀ ਅਸੀਂ ਸਕੈਲਟਨਿੰਗ ਕਰਦੇ ਹਾਂ, ਉਹਦੇ ਵਿੱਚੋਂ ਹਰਾ ਰੰਗ ਕੱਢ ਲੈਂਦੇ ਹਾਂ। ਹਾਂਜੀ। ਸੋ ਇਹਨੂੰ ਸੌਖਾ ਤਰੀਕਾ ਕੀ ਹੈ, ਇੱਕ ਤਾਂ ਨੈਚੁਰਲ ਤਰੀਕਾ ਕਿ ਤੁਸੀਂ ਪਾਣੀ 'ਚ ਪਾ ਦਿਓ ਜੀ ਔਰ ਉਸ ਤੋਂ ਬਾਅਦ ਉਹਨੂੰ ਸਾਫ਼ ਕਰਦੇ ਰਹੋ ਜੀ। ਸੋ ਆਲਮੋਸਟ 15-20 ਦਿਨ ਬਾਅਦ ਉਹਦੇ ਵਿੱਚੋਂ ਜਿਹੜਾ ਹੈ ਪਿੰਜਰ ਨਿਕਲ ਜਾਂਦਾ ਜੀ। ਸੋ ਉਸ ਤੋਂ ਬਾਅਦ ਉਹਨੂੰ ਨੈਚੁਰਲ ਕਲਰ ਕਰਕੇ ਇਹਦੇ ਫਲਾਵਰਸ ਬਣਾਏ ਗਏ ਨੇ। ਨੈਚੁਰਲ ਕਲਰ ਤੋਂ ਮਤਲਬ? ਨੈਚੁਰਲ ਕਲਰ ਦਾ ਮਤਲਬ ਸਾਡੇ ਕੋਲ ਹੋਲੀ ਦੇ ਨੈਚੁਰਲ ਕਲਰਸ ਆਉਂਦੇ ਨੇ ਫੁੱਲਾਂ ਤੋਂ ਬਣੇ ਹੋਏ। ਹਾਂਜੀ। ਜਾਂ ਅਸੀਂ ਜਿਹੜੇ ਸਿੰਪਲ ਕਲਰਸ ਨੇ, ਇਵਨ ਫੈਬਰਿਕ ਕਲਰਸ ਅਸੀਂ ਜਿਹੜੇ ਨਾਰਮਲ ਆ ਰਹੇ ਨੇ ਬੱਚਿਆਂ ਕੋਲ ਪੇਂਟ ਕਰਨ ਲਈ, ਉਹਨੂੰ ਵੀ ਯੂਜ਼ ਕਰ ਲੈਂਦੇ ਹਾਂ। ਇੱਕ ਨਾ ਬੜੀ ਸੋਹਣੀ ਗੱਲ ਹੈ ਕਿ ਅਸੀਂ ਫੁੱਲ ਜਿਹੜੇ ਆ ਨਾ ਉਹ ਵੀ ਪਲਾਸਟਿਕ ਦੇ ਕਰ ਦਿੱਤੇ। ਫੁੱਲਾਂ 'ਚ ਭਾਵਨਾ ਵੀ ਅਸਲੀ ਵਾਲੀ ਨਹੀਂ ਰਹੀ, ਜਦ ਕਿ ਨੇਚਰ ਦਾ ਕੰਮ ਹੁੰਦਾ ਪੋਲਿਊਸ਼ਨ ਨੂੰ ਹਟਾਉਣਾ, ਵਾਤਾਵਰਣ ਨੂੰ ਸਾਫ਼ ਰੱਖਣਾ, ਤੇ ਅਸੀਂ ਨੇਚਰ ਵਾਲੀਆਂ ਚੀਜ਼ਾਂ ਵੀ ਪਲਾਸਟਿਕ ਦੀਆਂ ਕਰ ਦਿੱਤੀਆਂ। ਇਹ ਬਹੁਤ ਵਧੀਆ ਚੀਜ਼ ਹੈ ਕਿ ਖੇਤੀਬਾੜੀ ਦੇ ਰਹਿੰਦ ਖੂੰਹਦ ਤੋਂ ਇਸ ਤਰੀਕੇ ਦੇ ਨਾਲ ਪੈਸਾ ਕਮਾਇਆ ਜਾਣਾ। ਸਕਰੀਨ ਦੇ ਉੱਤੇ ਮੈਨੂੰ ਲੱਗਦਾ ਜੇ ਤੁਸੀਂ ਬਹੁਤ ਜਾਣਕਾਰੀ ਦਿਓਗੇ, ਇਹ ਕੀ ਚੀਜ਼ ਹੈ? ਦੇਖੋ ਸਾਡੇ ਕਾਲਜ 'ਚ ਕੀ ਹੋਇਆ ਕਿ ਜਦੋਂ ਅਸੀਂ ਘਾਹ ਕੱਟਣਾ ਸੀ ਜੀ, ਘਾਹ ਕੱਟਣ ਦੇ ਟਾਈਮ ਸਾਡੀ ਮਸ਼ੀਨ ਖਰਾਬ ਹੋ ਗਈ। ਅੱਛਾ ਜੀ। ਸੋ ਜਿੰਨੀ ਦੇਰ ਤੱਕ ਠੀਕ ਹੋਣ ਗਈ ਤਾਂ ਘਾਹ ਦੇ ਵਿੱਚ ਜਿਹੜੇ ਹੈਗੇ ਨੇ ਫੁੱਲ ਆ ਜਾਂਦੇ ਨੇ। ਅੱਛਾ ਜੀ। ਹਾਂਜੀ। ਸੋ ਇਹ ਜਿਹੜੇ ਤੁਸੀਂ ਡਿਫਰੈਂਟ ਕਲਰ ਦੇ ਦੇਖ ਰਹੇ ਹੋ ਜੀ, ਇਹ ਘਾਹ ਦੇ ਉੱਤੇ ਜਿਹੜੇ ਫੁੱਲ ਆਏ ਸੀ ਉਹਨਾਂ ਨੂੰ ਅਸੀਂ ਤੋੜ ਕੇ ਡਰਾਈ ਕਰ ਲਿਆ, ਉਹਨਾਂ ਦਾ ਕਲਰ ਧੁੱਪੇ ਰੱਖ ਕੇ ਉਡਾ ਲਿਆ, ਫਿਰ ਉਹਨਾਂ ਨੂੰ ਜਿਹੜੇ ਕਲਰਸ ਨੇ ਉਹ ਦੇ ਦਿੱਤੇ। ਸੋ ਇਹ ਡੈਕੋਰੇਸ਼ਨ ਲਈ ਬਹੁਤ ਵਧੀਆ ਯੂਜ਼ ਹੋ ਸਕਦੇ ਨੇ। ਇਹ ਕਮਾਈ ਜਦੋਂ ਅਸੀਂ ਕਰਨੀ ਹੈ ਨਾ ਚੀਜ਼ਾਂ ਦੀ, ਪੂਰੀ ਜਾਣਕਾਰੀ ਵੀ ਤਾਂ ਹੋਣੀ ਚਾਹੀਦੀ ਨਾ, ਕਿਹੜਾ ਫੁੱਲ ਕਿੰਨਾ ਟਾਈਮ ਕੱਢੂਗਾ। ਜਦੋਂ ਘਰੇਲੂ ਔਰਤਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਨਾ ਸਾਰੀਆਂ ਚੀਜ਼ਾਂ ਦਾ, ਕਿੰਨੀ ਕੁ ਕਮਾਈ ਹੋਈ ਉਹਨਾਂ ਦੀ। ਦੇਖੋ ਮੈਂ ਮੌਕਾ ਮਿਲਿਆ ਮੈਨੂੰ ਹੈਦਰਾਬਾਦ ਜਾਣ ਦਾ, ਇੱਕ ਟ੍ਰੇਨਿੰਗ ਸੀ। ਸੋ ਜਦੋਂ ਮੈਂ ਉੱਥੇ ਗਿਆ ਤੇ ਉੱਥੋਂ ਕਾਫੀ ਗੱਲਾਂ ਨਵੀਆਂ ਸਿੱਖ ਕੇ ਆਇਆ ਜੀ। ਸੋ ਉੱਥੋਂ ਮੈਨੂੰ ਇਹਦੀ ਪ੍ਰੇਰਨਾ ਮਿਲੀ ਕਿ ਮੈਨੂੰ ਵੀ ਇਦਾਂ ਕਰਨਾ ਚਾਹੀਦਾ ਜੀ। ਸੋ ਹੋਇਆ ਕਿ ਜਦੋਂ ਅਸੀਂ ਉੱਥੇ ਦੇਖਿਆ ਕਿ ਜਿਵੇਂ ਪੇਪਰ ਵੇਸਟ ਹੈ ਸਾਡਾ ਜੀ, ਔਰ ਲੁਧਿਆਣਾ ਸਾਡੇ ਨੇੜੇ ਹੈ, ਜਲੰਧਰ ਹੈ, ਅੱਜ ਤੁਸੀਂ ਦੇਖੋਗੇ ਕਿ ਕਾਫੀ ਢੇਰ ਟੇਲਰ ਵੇਸਟ ਦੇ ਲੱਗੇ ਹੋਏ ਨੇ, ਬਹੁਤ ਜ਼ਿਆਦਾ। ਔਰ ਜਿੰਨਾ ਟੇਲਰ ਵੇਸਟ ਹੈ ਉਹ ਕੀ ਕਰਦੇ ਨੇ, ਇਕੱਠਾ ਕਰਕੇ ਜਿੰਨੀ ਅਖਬਾਰ ਦੀ ਜਾਂ ਹੋਰ ਰੱਦੀ ਹੈ ਉਹਨੂੰ ਇਕੱਠਾ ਕਰ ਲੈਂਦੇ ਨੇ ਜੀ। ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਪਾ ਕੇ ਇੱਕ ਸਲਰੀ ਬਣਾ ਲੈਂਦੇ ਨੇ। ਉਸ ਤੋਂ ਬਾਅਦ ਮਸ਼ੀਨ ਤੇ ਜਾਂਦੀ ਹੈ, ਹੈਂਡਮੇਡ ਪੇਪਰ ਬਣਦੇ ਨੇ ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹਦੇ ਫਾਈਲ ਕਵਰਸ, ਉਹਦੇ ਡੱਬੇ ਉਹ ਔਰਤਾਂ ਨੂੰ ਬਣਾਉਣ ਲਈ ਦੇ ਦਿੱਤੇ ਜਾਂਦੇ ਨੇ। ਸੋ ਉਹਨਾਂ ਨੂੰ ਉੱਥੋਂ ਇੰਪਲੋਇਮੈਂਟ ਮਿਲਦਾ ਹੈ। ਵਾਹ। ਸੋ ਸੇਮ ਚੀਜ਼ ਅਸੀਂ ਕਰਨ ਜਾ ਰਹੇ ਹਾਂ। ਅਸੀਂ ਕੀ ਕਰ ਰਹੇ ਹਾਂ, ਲੋਕਾਂ ਨੂੰ ਇਹ ਚੀਜ਼ਾਂ ਸਿਖਾ ਰਹੇ ਹਾਂ ਪਿੰਡਾਂ ਦੇ ਵਿੱਚ। ਸੋ ਉਹਨਾਂ ਨੂੰ ਸਿਖਾ ਕੇ ਉਹਨਾਂ ਤੋਂ ਬਾਏ ਬੈਕ ਇਹ ਖਰੀਦ ਰਹੇ ਹਾਂ, ਸੋ ਦੈਟ ਕਿ ਅੱਗੇ ਉਹਨੂੰ ਅਸੀਂ ਸੇਲ ਕਰ ਸਕੀਏ। ਮਤਲਬ ਟ੍ਰੇਨਿੰਗਸ ਵੀ ਦਿੰਦੇ ਹੋ? ਟ੍ਰੇਨਿੰਗਸ ਵੀ ਦਿੰਦੇ ਹਾਂ। ਟ੍ਰੇਨਿੰਗ ਦੀ ਵੀ ਆਪਾਂ ਗੱਲ ਕਰਾਂਗੇ। ਇੱਕ ਹੋਰ ਫੋਟੋਗ੍ਰਾਫ ਹੈ ਸਕਰੀਨ ਦੇ ਉੱਤੇ, ਇਸ ਦੇ ਬਾਰੇ ਗੱਲ ਕਰਦੇ ਹਾਂ। ਸੋ ਇਹ ਗ੍ਰੀਟਿੰਗ ਕਾਰਡਸ ਨੇ। ਤੁਸੀਂ ਦੇਖੋਗੇ ਕਿ ਜਿਹੜਾ ਫਰਸਟ ਪਰਪਲ ਕਲਰ ਦਾ ਗ੍ਰੀਟਿੰਗ ਕਾਰਡ ਹੈ ਜੀ, ਉਹ ਜਿਹੜੇ ਨੈਚੁਰਲ ਫਲਾਵਰਸ ਨੇ ਸਾਡੇ, ਉਹਨਾਂ ਨੂੰ ਡਰਾਈ ਕੀਤਾ ਗਿਆ, ਪ੍ਰੈਸ ਡਰਾਈ ਕੀਤਾ ਗਿਆ, ਡੇਜ਼ੀ ਦੇ ਫੁੱਲ ਨੇ। ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਰਹੇ ਹੋ ਇਹ ਕਣਕ ਦੇ ਜਿਹੜੇ ਤਣਾ ਹੈ ਉਹਨੂੰ ਵੀ ਵਰਤਿਆ ਜਾ ਸਕਦਾ ਹੈ, ਜਾਂ ਫਿਰ ਡਿਫਰੈਂਟ ਤਰ੍ਹਾਂ ਦੇ ਜਿਹੜੇ ਘਾਹ ਨੇ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ। ਬਾਕੀ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਜਿਹੜਾ ਫੁੱਲ ਨੇ ਵੱਡੇ, ਉਹ ਪਾਮ ਵੇਸਟ ਹੈ। ਪਾਮ ਦੇ ਦਰਖਤ ਤੋਂ ਜਿਹੜੇ ਪੱਤੇ ਡਿੱਗਦੇ ਨੇ ਉਹਨਾਂ ਨੂੰ ਕੱਟ ਕੇ ਬਣਿਆ ਹੋਇਆ ਹੈ। ਤੇ ਉਸ ਤੋਂ ਬਾਅਦ ਜਿਹੜੇ ਚਿੜੀਆਂ ਦੇ ਰੂਪ ਚ ਤੁਸੀਂ ਗ੍ਰੀਟਿੰਗ ਕਾਰਡ ਦੇਖ ਰਹੇ ਹੋ, ਇਹ ਪਿਸਤਾ ਜਿਹੜਾ ਅਸੀਂ ਖਾਂਦੇ ਆ ਉਹਦੇ ਕਵਰਸ ਤੋਂ ਬਣਿਆ ਹੋਇਆ ਹੈ। ਬਹੁਤ ਖੂਬ। ਮੈਨੂੰ ਨਾ ਯਾਦ ਆ ਰਿਹਾ ਬਚਪਨ ਦੇ ਵਿੱਚ ਸਾਡੇ ਟੀਚਰਸ ਸਾਨੂੰ ਸਿਖਾਉਂਦੇ ਹੁੰਦੇ ਸੀ ਕਿ ਦਾਲ ਦੇ ਨਾਲ ਹੱਟ ਕਿੱਦਾਂ ਬਣਾਉਣੀ ਹੈ। ਅਸੀਂ ਦਾਲਾਂ ਦੇ ਨਾਲ
ਪਿੰਡੀਆਂ ਦੇ ਨਾਲ ਡੈਕੋਰੇਸ਼ਨ ਕਰਦੇ ਹੁੰਦੇ ਸੀ। ਸੋ ਅੱਜ ਤੋਂ ਬਾਅਦ ਜਦੋਂ ਤੁਸੀਂ ਕਦੇ ਕੋਈ ਵੀ ਕਾਰਡ ਬਣਾਉਣਾ ਹੈ ਤਾਂ ਇਸ ਚੀਜ਼ ਦਾ ਖਿਆਲ ਰੱਖਣਾ, ਪਲਾਸਟਿਕ ਦੇ ਫੁੱਲ ਲੈ ਕੇ ਉੱਤੇ ਨਹੀਂ ਲਾਉਣੇ, ਜਿਹੜੀ ਸਾਡੀ ਨੈਚੁਰਲ ਸਾਡੇ ਖੇਤੀਬਾੜੀ ਦੀ ਵੇਸਟ ਹੈ ਉਸ ਤੋਂ ਵੀ ਬਹੁਤ ਸੋਹਣੀ ਡੈਕੋਰੇਸ਼ਨ। ਟ੍ਰੇਨਿੰਗ ਤੇ ਆਪਾਂ ਦੁਬਾਰਾ ਆਉਂਦੇ ਆ, ਕਿਵੇਂ ਸਿਖਾਉਂਦੇ ਹੋ ਔਰਤਾਂ ਨੂੰ ਤੁਸੀਂ ਇਹ ਸਾਰੇ ਕੰਮ? ਸਾਡਾ ਜਿਹੜਾ ਇਹ ਪ੍ਰੋਜੈਕਟ ਹੈ ਬੇਸਿਕਲੀ ਜੀ ਗਵਰਨਮੈਂਟ ਆਫ ਇੰਡੀਆ ਦਾ DST ਦੇ ਵਿੱਚ ਵਾਸ ਪ੍ਰੋਜੈਕਟ ਆਉਂਦਾ ਲੇਡੀਜ਼ ਲਈ ਜੀ, ਕਿਉਂਕਿ ਇਹ ਲਾਈਵ ਪ੍ਰੋਗਰਾਮ ਹੈ। ਇਹਦੇ ਵਿੱਚ ਮੈਂ ਇਨਫੋਰਮੇਸ਼ਨ ਵੀ ਦੇਣਾ ਚਾਹਾਂਗਾ ਕਿ ਜਿਹੜੇ ਸਾਇੰਸ ਸਟਰੀਮ ਦੀਆਂ ਲੇਡੀਜ਼ ਨੇ ਜੀ, ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਔਰ ਆਲਮੋਸਟ 2 ਸਾਲ ਤੋਂ ਅਨਇੰਪਲੋਇਡ ਨੇ ਜੀ, ਉਹ ਗਵਰਨਮੈਂਟ ਆਫ ਇੰਡੀਆ ਦੀ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਪ੍ਰੋਜੈਕਟ ਲੈ ਸਕਦੀਆਂ ਨੇ। ਅੱਛਾ ਜੀ। ਸੋ ਮੇਰੇ ਸਟੂਡੈਂਟ ਪ੍ਰਭਜੋਤ ਸੈਣੀ ਇਸ ਦੇ ਅੰਡਰ ਕੰਮ ਕਰ ਰਹੇ ਨੇ ਜੀ। ਸੋ ਇਹ ਪ੍ਰੋਜੈਕਟ ਸਾਡਾ ਸਾਰਾ ਐਗਰੀਕਲਚਰ ਬੇਸ ਤੇ ਇਹਨਾਂ ਤੋਂ ਕੀ ਪ੍ਰੋਡਕਟ ਬਣਾਏ ਜਾ ਸਕਦੇ ਨੇ। ਸੋ ਤੁਸੀਂ ਹੈਰਾਨ ਹੋ ਜਾਓਗੇ ਕਿ ਨਾ ਸਿਰਫ ਇਹ ਗ੍ਰੀਟਿੰਗ ਕਾਰਡਸ ਹੋਰ ਚੀਜ਼ਾਂ ਬਣ ਰਹੀਆਂ ਨੇ, ਇਸ ਦੇ ਵਿੱਚ ਅਸੀਂ ਚਾਹ ਵੀ ਬਣਾ ਰਹੇ ਹਾਂ, ਚਾਹ ਪੀਣ ਵਾਲੀ। ਸੋ ਜਿਹੜੇ ਫੁੱਲ ਅਸੀਂ ਘਰਾਂ ਦੇ ਵਿੱਚ ਡੈਕੋਰੇਸ਼ਨ ਲਈ ਲਗਾਉਂਦੇ ਆ ਜੀ, ਜਿਵੇਂ ਗੁਲਾਬ ਹੋ ਗਿਆ, ਬਿਲਕੁਲ ਕੈਲੇਂਡੁਲਾ ਹੋ ਗਿਆ, ਹਾਈਬਿਸਕਸ ਹੋ ਗਿਆ, ਸੋ ਉਹਨਾਂ ਦੇ ਫੁੱਲਾਂ ਨੂੰ ਡਰਾਈ ਕਰਕੇ ਉਹਦੇ ਵਿੱਚ ਕੁਝ ਇਨਗਰੀਡੀਐਂਟ ਹੋਰ ਐਡ ਕਰਕੇ ਅਸੀਂ ਚਾਹ ਬਣਾ ਰਹੇ ਹਾਂ ਜੀ। ਔਰ ਉਹ ਚਾਹ ਨਾ ਸਿਰਫ ਨਿਊਟ੍ਰੀਸ਼ੀਅਸ ਹੈ ਬਲਕਿ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਨਿਊਟ੍ਰੀਸ਼ਨ ਹੋਣ ਦੇ ਨਾਲ ਸਵਾਦ ਵੀ ਹੈ, ਟੇਸਟੀ ਵੀ ਹੈ। ਸੋ ਇਸ ਤਰ੍ਹਾਂ ਨਹੀਂ ਜਿੱਦਾਂ ਅਸੀਂ ਗ੍ਰੀਨ ਟੀ ਪੀਂਦੇ ਆ ਤੇ ਪੀ ਤਾਂ ਲੈਂਦੇ ਆ ਨੱਕ ਬੰਦ ਕਰਕੇ, ਪਰ ਉਹਦਾ ਸਵਾਦ ਨਹੀਂ ਹੁੰਦਾ। ਪਰ ਜਿਹੜੀਆਂ ਫੁੱਲਾਂ ਤੋਂ ਬਣੀਆਂ ਹੋਈਆਂ ਚਾਹਾਂ ਨੇ ਇਹਨਾਂ ਦਾ ਸਵਾਦ ਵੀ ਵਧੀਆ ਹੈ ਔਰ ਇਹਨਾਂ ਦਾ ਟੇਸਟ ਵਧੀਆ ਹੋਣ ਦੇ ਨਾਲ ਨਿਊਟ੍ਰੀਸ਼ਨ ਵੀ ਹੈ। ਬਸ ਇਹ ਹੈ ਕਿ ਜਦੋਂ ਕਿਸੇ ਨੇ ਫੁੱਲਾਂ ਤੋਂ ਬਣੀ ਹੋਈ ਚਾਹ ਪੀਣੀ ਹੈ, ਸਲਾਹ ਲੈ ਕੇ ਸਾਇੰਟਿਸਟ ਦੀ ਜਾਂ ਕਿਸੇ ਵਧੀਆ ਬੰਦੇ ਡਾਕਟਰ ਦੀ ਪੀਣੀ ਹੈ। ਹੁਣ ਤਾਂ ਮੈਨੂੰ ਯਾਦ ਆ ਰਿਹਾ ਕਿ ਸਾਡੇ ਜਿਹੜੇ ਵੱਡੇ ਹੁੰਦੇ ਸੀ, ਬਜ਼ੁਰਗ ਸੀ ਸਾਡੇ ਦਾਦੀਆਂ ਨਾਨੀਆਂ, ਉਹ ਸਾਨੂੰ ਨਾ ਕਈ ਵਾਰੀ ਗੁਲਾਬ ਦੇ ਪੱਤੇ ਤੋੜ ਕੇ ਵਿੱਚ ਚੀਨੀ ਪਾ ਕੇ ਬੜੀ ਸਵਾਦ ਜਿਹੀ ਗੁਲਕੰਦ ਬਣਾ ਕੇ ਦਿੰਦੇ ਹੁੰਦੇ ਸੀ। ਸੋ ਇਹ ਨੈਚੁਰਲ ਚੀਜ਼ਾਂ ਸਾਨੂੰ ਬਹੁਤ ਫਾਇਦਾ ਦੇ ਰਹੀਆਂ। ਇੱਕ ਸਭ ਤੋਂ ਅੱਜ ਦੀ ਤਰੀਕ ਦੇ ਵਿੱਚ ਵੱਡੀ ਚੀਜ਼ ਹੈ ਵੇਸਟ, ਜਿਹੜਾ ਆਪਾਂ ਨੂੰ ਕਹਿੰਦੇ ਆ ਨਾੜ ਤੇ ਪਰਾਲੀ। ਜੀ, ਇੰਨਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਰਿਹਾ, ਕਈ ਡੈਥ ਦੀਆਂ ਨਿਊਜ਼ ਵੀ ਆਉਂਦੀਆਂ। ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਉਹ ਸਾਹ ਸਾਡੇ ਅੰਦਰ ਜਾ ਰਿਹਾ, ਸਾਡੇ ਸਾਹ ਖਰਾਬ ਹੋ ਰਹੇ, ਜਦਕਿ ਉਹਦੇ ਬਹੁਤ ਸਾਰੇ ਤਰੀਕੇ ਨੇ ਉਹਨਾਂ ਤੋਂ ਵੀ ਪੈਸਾ ਕਮਾਉਣ ਦੇ। ਮੈਂ ਨਿੱਜੀ ਤੌਰ ਤੇ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਦੋਨਾਂ ਚੀਜ਼ਾਂ ਤੋਂ ਕਮਾਈ ਦੇ ਸਾਧਨ ਜ਼ਰੂਰ ਦੱਸੋ। ਦੇਖੋ, ਇੱਕ ਚੀਜ਼ ਹੈ ਕਿ ਜਿਹੜੀ ਪਰਾਲੀ ਹੈ ਜੀ, ਉਹਦੀ ਰਹਿੰਦ ਖੂੰਹਦ ਉਹਨੂੰ ਅਸੀਂ ਵਰਤ ਸਕਦੇ ਹਾਂ ਮਸ਼ਰੂਮ ਉਗਾਉਣ ਲਈ, ਖੁੰਬਾਂ ਉਗਾਉਣ ਲਈ। ਮੰਗ ਹੈ ਮਾਰਕੀਟ? ਬਿਲਕੁਲ। ਖੁੰਬਾਂ ਤੁਸੀਂ ਮਾਰਕੀਟ 'ਚ ਜਦੋਂ ਜਾਂਦੇ ਹੋ ਤੁਹਾਨੂੰ ਪਤਾ ਇੱਕ ਪੈਕੇਟ ਜਿਹੜਾ ਹੈ ਉਹ ਘੱਟੋ ਘੱਟ 30 ਜਾਂ 40 ਰੁਪਏ ਦਾ ਆ ਰਿਹਾ ਜੀ। ਸੋ ਉਹਨੂੰ ਅਸੀਂ ਕੀ ਕਰਦੇ ਹਾਂ, ਗਿੱਲਾ ਕਰਕੇ ਉਹਦੇ ਵਿੱਚ ਦੇਸੀ ਭਾਸ਼ਾ 'ਚ ਅਸੀਂ ਕਹਿ ਲਈਏ ਕਿ ਜਿਹੜੇ ਬੀਜ ਨੇ ਉਹ ਪਾ ਦਿੱਤੇ ਜਾਂਦੇ ਨੇ ਉਹਦੇ ਵਿੱਚ। ਸੋ ਉਸ ਤੋਂ ਬਾਅਦ ਜਿਹੜਾ ਹੁੰਦੀ ਹੈ ਫੰਗਸ ਹੈ ਆਪਣੀਆਂ ਜੜ੍ਹਾਂ ਫੈਲਾਉਂਦੀ ਹੈ, ਉਸ ਤੋਂ ਬਾਅਦ ਉੱਤੇ ਖੁੰਬਾਂ ਆ ਜਾਂਦੀਆਂ। ਸੋ ਇਹ ਮੈਥਡ ਹੈ। ਬਾਕੀ ਅਸੀਂ ਜਿਹੜੀ ਪਰਾਲੀ ਹੈ ਉਹਦੇ ਤੋਂ ਵੀ ਡਿਫਰੈਂਟ ਕਰਾਫਟਸ ਜਿਹੜੇ ਆ ਉਹ ਬਣਾ ਰਹੇ ਹਾਂ। ਬਰਤਨ ਵੀ ਬਣਦੇ, ਮੈਂ ਕਿਤੇ ਪੜਿਆ ਸੀ। ਹਾਂਜੀ, ਇਹ ਸੁਣਨ ਚ ਆ ਰਿਹਾ ਕਿ ਉਹਦੇ ਬਰਤਨ ਬਣਾਏ ਜਾ ਰਹੇ ਨੇ ਡਿਫਰੈਂਟ ਤਰ੍ਹਾਂ ਦੀਆਂ ਚੀਜ਼ਾਂ ਐਡ ਕਰਕੇ ਜੀ। ਇੱਕ ਚੀਜ਼ ਇਹ ਵੀ ਹੈ ਕਿ ਉਹ ਵੀ ਡਿਸਪੋਜ਼ੇਬਲ ਬਣ ਰਹੇ ਨੇ, ਜਿਹੜੇ ਪਰਾਲੀ ਤੋਂ ਬਣ ਰਹੇ ਨੇ ਉਹ ਡਿਸਪੋਜ਼ੇਬਲ ਬਣ ਰਹੇ ਨੇ। ਸੋ ਵਧੀਆ ਚੀਜ਼ ਕੀ ਹੈ ਕਿ ਉਹ ਸਾਡੇ ਜਿਹੜੇ ਪਲਾਸਟਿਕ ਦੇ ਬਰਤਨ ਨੇ ਜਾਂ ਫਿਰ ਥਰਮਾਕੋਲ ਦੇ ਬਰਤਨ ਨੇ ਉਹਨਾਂ ਦਾ ਬਹੁਤ ਵਧੀਆ ਸਬਸਟੀਟਿਊਟ ਬਣ ਸਕਦੇ ਨੇ। ਬਹੁਤ ਖੂਬ, ਬਹੁਤ ਖੂਬ। ਹੁਣ ਦੇਖੋ, ਇੱਕ ਦਿਨ ਮੈਂ ਪੜ੍ਹ ਰਹੀ ਸੀ ਕਿਤੇ ਕਿ ਪੱਤੜ ਬਣਨੇ ਸ਼ੁਰੂ ਹੋਏ ਜੀ। ਉਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਦੇਖੋ ਆਹ ਦੇਸ਼ ਨੇ ਕੀ ਸ਼ੁਰੂ ਕੀਤਾ, ਨੀਚੇ ਕਮੈਂਟ ਲਿਖੇ ਹੋਏ ਸੀ ਇੰਡੀਆ ਤੋਂ ਸ਼ੁਰੂ ਹੋਇਆ। ਬਿਲਕੁਲ। ਦੇਖੋ, ਪੱਤਲ ਦੇ ਵਿੱਚ ਜਦੋਂ ਖਾਣਾ ਖਾਧਾ ਜਾਂਦਾ ਸੀ ਜੀ, ਸੋ ਤੁਸੀਂ ਸਪੋਜ਼ ਦਾਲ ਆਮ ਲੰਗਰ ਦੇ ਵਿੱਚ ਵਰਤਦੀ ਸੀ, ਉਹਦਾ ਸਵਾਦ, ਤੇ ਅੱਜ ਥਾਲੀਆਂ 'ਚ ਜਦੋਂ ਵਰਤਾਈ ਜਾ ਰਹੀ ਹੈ ਤੇ ਉਹਦਾ ਸਵਾਦ, ਦੋਨਾਂ 'ਚ ਬਹੁਤ ਡਿਫਰੈਂਸ ਹੈ। ਸੋ ਐਗਰੀਕਲਚਰ ਦੀ ਵੇਸਟ ਨੂੰ ਅਸੀਂ ਵੇਸਟ ਨਹੀਂ ਕਹਿ ਸਕਦੇ, ਉਹ ਸਾਡੇ ਲਈ ਬਹੁਤ ਯੂਟਿਲਾਈਜ਼ ਹੁੰਦੀ ਹੈ, ਬਹੁਤ ਜਗ੍ਹਾ ਵਰਤ ਸਕਦੇ ਹਾਂ ਅਸੀਂ। ਬਿਲਕੁਲ, ਬਹੁਤ ਵਧੀਆ ਗੱਲ ਹੈ। ਔਰ ਜਿੰਨਾ ਹੋ ਸਕੇ, ਦੇਖੋ ਨਾ, ਮੈਂ ਇਹ ਵੀ ਸੋਚ ਰਹੀ ਹਾਂ ਕਿ ਜਿਹੜੀਆਂ ਚੀਜ਼ਾਂ ਤੋਂ ਪੈਸਾ ਕਮਾਇਆ ਜਾ ਸਕਦਾ, ਤੁਸੀਂ ਉਹਨਾਂ ਨੂੰ ਸਾੜ ਕਿਉਂ ਰਹੇ ਹੋ? ਪਰਾਲੀ ਨੂੰ ਸਾੜ ਕੇ ਤੁਸੀਂ ਧਰਤੀ ਦਾ ਨੁਕਸਾਨ ਕੀਤਾ, ਸਭ ਕਾਸੇ ਦਾ ਨੁਕਸਾਨ ਕੀਤਾ, ਔਰ ਪੈਸਾ ਕਮਾ ਕੇ ਤੁਹਾਡਾ ਵੀ ਫਾਇਦਾ ਹੋਏਗਾ। ਇੱਕ ਮੈਂ ਤੁਹਾਡਾ ਸੁਣ ਰਹੀ ਸੀ ਕਿਤੇ ਕਿ ਤੁਸੀਂ ਵੇਸਟ ਤੋਂ ਕਿਸੇ ਤਰੀਕੇ ਨਾਲ ਅਗਰਬੱਤੀਆਂ ਤਿਆਰ ਕਰ ਰਹੇ ਹੋ ਜੋ ਬਹੁਤ ਫਾਇਦਾ ਦੇ ਰਹੀਆਂ, ਕਮਾਈ ਵੀ ਬਹੁਤ ਦੇ ਰਹੀਆਂ। ਜੀ, ਉਹਦੇ ਬਾਰੇ ਮੈਂ ਕੁਝ ਥੋੜੀਆਂ ਗੱਲਾਂ ਕਲੀਅਰ ਕਰਨਾ ਚਾਹਾਂਗਾ ਕਿ ਅਗਰਬੱਤੀ ਜਿਹੜੀ ਹੈ ਉਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅੱਛਾ ਜੀ। ਜਦੋਂ ਮੈਂ ਉਹਦੇ ਬਾਰੇ ਡਿਟੇਲ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ ਮੈਨੂੰ ਪਤਾ ਲੱਗਿਆ ਕਿ ਅਗਰਬੱਤੀ ਫੁੱਲਾਂ ਤੋਂ ਬਣ ਜਾਂਦੀ ਹੈ, ਪਰ ਦਿੱਕਤ ਕੀ ਆਉਂਦੀ ਹੈ ਕਿ ਉਹਦੇ ਜਲਣ ਦੇ ਵਿੱਚ ਦਿੱਕਤ ਆਉਂਦੀ ਹੈ ਜੀ। ਹੁਣ ਹੁੰਦਾ ਕੀ ਹੈ, ਉਹਨੂੰ ਜਲਾਉਣ ਦੇ ਲਈ ਕਈ ਤਰ੍ਹਾਂ ਦੇ ਕੈਮੀਕਲ ਵਰਤੇ ਜਾਂਦੇ ਨੇ। ਸੋ ਉਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਤੱਕ ਵਰਤਿਆ ਜਾਂਦਾ ਹੈ ਜਿਹੜੇ ਸਾਡੇ ਸਾਹ ਲਈ ਦਿੱਕਤ ਕਰਦਾ ਹੈ। ਅੱਛਾ ਜੀ। ਇਸ ਤੋਂ ਬਿਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਰਬੜ ਵਰਤੀ ਜਾਂਦੀ ਹੈ ਅਗਰਬੱਤੀ ਦੇ ਵਿੱਚ। ਓਹੋ। ਇਸੇ ਕਰਕੇ ਜਦੋਂ ਤੁਸੀਂ ਅਗਰਬੱਤੀ ਨੂੰ ਅੱਗ ਲਗਾਉਂਦੇ ਹੋ ਜੀ, ਔਰ ਤੁਸੀਂ ਦੇਖਦੇ ਹੋ ਕਾਲਾ ਧੂੰਆਂ ਆਉਂਦਾ ਹੈ,
ਔਰ ਥੋੜੀ ਦੇਰ ਬਾਅਦ ਉਹ ਸਾਡੇ ਸਾਹ ਨੂੰ ਦਿੱਕਤ ਕਰਨੀ ਸ਼ੁਰੂ ਕਰ ਦਿੰਦਾ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਮੰਦਿਰ ਗੁਰਦੁਆਰਿਆਂ ਦੇ ਵਿੱਚ ਫੁੱਲ ਵੇਸਟ ਹੈ ਜੀ, ਜਿਹੜੇ ਨਹਿਰਾਂ ਦੇ ਵਿੱਚ ਲੋਕੀ ਸਿੱਟਦੇ ਨੇ, ਜੀ, ਉਹਨਾਂ ਨੂੰ ਕਲੈਕਟ ਕਰ ਲਿਆ ਜਾਵੇ ਜੀ, ਉਸ ਤੋਂ ਬਾਅਦ ਉਹਨਾਂ ਨੂੰ ਸੁਕਾ ਕੇ ਜੀ, ਉਸ ਪਾਊਡਰ ਤੋਂ ਅਸੀਂ ਕੁਝ ਜਿਹੜੇ ਪਲਾਂਟਸ ਨੇ ਜੀ, ਉਹਨਾਂ ਦੇ ਛਿਲਕੇ ਵਰਤ ਕੇ ਉਹਨੂੰ ਜਲਣ ਦੇ ਵਿੱਚ ਹੈਲਪ ਕਰ ਰਹੀ ਹੈ ਉਹ, ਜੀ। ਤੇ ਅਸੀਂ ਕੋਈ ਵੀ ਕੈਮੀਕਲ ਨਹੀਂ ਵਰਤ ਰਹੇ। ਸੋ ਬੜੀ ਵਧੀਆ ਅਗਰਬੱਤੀ ਆ ਰਹੀ ਹੈ। ਔਰ ਤੁਸੀਂ ਦੇਖੋ ਸੀ ਉਸ ਨੂੰ ਕਿੰਨੀ ਐਕਚੁਅਲੀ ਅਗਰਬੱਤੀ ਕੱਲੀ ਅਗਰਬੱਤੀ ਨਹੀਂ, ਸਾਡੀਆਂ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ। ਔਰ ਕੁਝ ਲੋਕ ਚੰਦ ਪੈਸਿਆਂ ਦੇ ਲਈ ਸਾਡੀ ਸਿਹਤ ਵੀ ਖਰਾਬ ਕਰ ਰਹੇ ਨੇ। ਔਰ ਇਹ ਅਗਰਬੱਤੀਆਂ ਦਾ ਬਿਜ਼ਨਸ ਤੁਹਾਨੂੰ ਲੱਗ ਰਿਹਾ ਕਿ ਅੱਛਾ ਚੱਲ ਰਿਹਾ ਜਿਹੜੇ ਲੋਕ ਬਣਾ ਰਹੇ ਨੇ? ਦੇਖੋ, ਜੇ ਬਿਜ਼ਨਸ ਚੱਲ ਰਿਹਾ, ਅੱਜ ਤੁਸੀਂ ਦੇਖ ਰਹੇ ਹੋ ਕਿੰਨੀਆਂ ਜਿਹੜੀਆਂ ਕੰਪਨੀਆਂ ਨੇ ਉਹ ਮਾਰਕੀਟ 'ਚ ਆ ਰਹੀਆਂ ਜੀ। ਹੁਣ ਨਵਾਂ ਕਨਸੈਪਟ ਜਿਹੜਾ ਇਹਦੇ ਵਿੱਚ ਇੱਕ ਹੋਰ ਆ ਗਿਆ ਹੋਇਆ ਜੀ। ਉਹ ਕੀ ਹੈ ਕਿ ਹੁਣ ਅਸੀਂ ਅਗਰਬੱਤੀਆਂ ਨਹੀਂ ਜਲਾਉਂਦੇ, ਹੁਣ ਸਾਡੇ ਰੂਮ ਫਰੈਸ਼ਨਰਸ ਵੀ ਅਸੀਂ ਵਰਤਣੇ ਘਟਾ ਦਿੱਤੇ ਨੇ ਜੀ। ਹੁਣ ਜਿਹੜਾ ਨਵਾਂ ਕਨਸੈਪਟ ਆ ਰਿਹਾ ਉਹਦੇ ਵਿੱਚ ਪੌਟ ਪਿਊਰੀਜ਼ ਆ ਰਹੀਆਂ ਨੇ। ਬੇਸਿਕਲੀ ਕੀ ਹੈ, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿਹੜੀ ਸਾਡੀ ਕਪਾਹ ਹੈ ਜੀ, ਉਹਦੇ ਜਿਹੜੇ ਟਿੰਡੇ ਨੇ ਜੀ, ਉਹ ਵੇਸਟ ਅਸੀਂ ਅੱਗ ਜਲਾਉਂਦੇ ਹਾਂ। ਸੋ ਉਹਨਾਂ ਨੂੰ ਵਰਤ ਕੇ ਪੌਟ ਪਿਊਰੀਜ਼ ਅਸੀਂ ਬਣਾ ਰਹੇ ਹਾਂ। ਸੋ ਉਹਦੇ ਵਿੱਚ ਨੈਚੁਰਲ ਜਿਹੜੇ ਅਸੈਂਸ਼ੀਅਲ ਆਇਲਸ ਨੇ ਉਹ ਅਸੀਂ ਪਾ ਦਿੰਦੇ ਹਾਂ। ਸੋ ਉਹਦੇ ਵਿੱਚ ਖੁਸ਼ਬੂ ਆਉਂਦੀ ਹੈ। ਸੋ ਹੁੰਦਾ ਕੀ ਹੈ ਕਿ ਘਰ ਦੇ ਵਿੱਚ ਜਸਟ ਤੁਸੀਂ ਉਹਨੂੰ ਖੋਲ ਕੇ ਰੱਖਣਾ ਹੈ ਔਰ 15-20 ਦਿਨ ਉਹ ਤੁਹਾਡੇ ਘਰ 'ਚੋਂ ਨੈਚੁਰਲ ਖੁਸ਼ਬੂ ਦਿੰਦਾ ਰਹੇਗਾ। ਕੋਈ ਜਿਹੜੀ ਤੁਸੀਂ ਰੂਮ ਫਰੈਸ਼ਨਰ ਵਰਤਿਆ ਉਹਦੀਆਂ ਗੈਸਾਂ ਤੁਹਾਡੇ ਘਰ ਦੇ ਅੰਦਰ ਨਹੀਂ ਆਈਆਂ ਜੀ। ਕੋਈ ਤੁਸੀਂ ਅਗਰਬੱਤੀ ਜਦੋਂ ਬਰਨ ਕੀਤੀ ਤਾਂ ਉਹਦਾ ਧੂੰਆਂ ਨਹੀਂ ਪੈਦਾ ਹੋਇਆ। ਸੋ ਨੈਚੁਰਲ ਫ੍ਰੈਗਰੈਂਸ ਦਿੰਦਾ। ਡਾਕਟਰ ਸਾਹਿਬ, ਇੱਕ ਗੱਲ ਜਿੱਦਾਂ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਇਹ ਪੰਜਾਬ ਦੀਆਂ ਪਿੰਡਾਂ ਦੀਆਂ ਔਰਤਾਂ ਤੱਕ ਕਿਵੇਂ ਪਹੁੰਚਾਈਆਂ ਜਾ ਸਕਦੀਆਂ ਚੀਜ਼ਾਂ? ਦੇਖੋ, ਇਹਨੂੰ ਟਾਈਮ ਸਾਨੂੰ ਲੱਗ ਰਿਹਾ ਹੈ ਔਰ ਲੱਗੇਗਾ ਵੀ, ਕਿਉਂਕਿ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਪਿੰਡਾਂ ਦੇ ਵਿੱਚ ਕਈ ਔਰਤਾਂ ਨੂੰ ਅਸੀਂ ਘਰੋਂ ਬਾਹਰ ਅੱਜ ਵੀ ਨਹੀਂ ਜਾਣ ਦਿੰਦੇ। ਸੋ ਸਾਡਾ ਕਨਸੈਪਟ ਇਹ ਸੀ ਕਿ ਜਿਹੜੀਆਂ ਔਰਤਾਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ, ਗਰੀਬ ਤਬਕੇ ਦੀਆਂ ਨੇ ਜੀ, ਔਰ ਜਿਨ੍ਹਾਂ ਕੋਲ ਏਮਪਲੋਇਮੈਂਟ ਦਾ ਕੋਈ ਸਾਧਨ ਹੀ ਨਹੀਂ ਹੈ ਬਿਲਕੁਲ, ਔਰ ਜਿਨ੍ਹਾਂ ਕੋਲ ਸ਼ੁਰੂ ਕਰਨ ਲਈ ਵੀ ਬਿਜ਼ਨਸ ਪੈਸਾ ਨਹੀਂ ਹੈ ਜੀ, ਸੋ ਉਹਨਾਂ ਨੂੰ ਐਗਰੀਕਲਚਰ ਵੇਸਟ ਨਾਲ ਕਿਸ ਤਰ੍ਹਾਂ ਜੋੜ ਕੇ ਉਹ ਆਪਣੇ ਘਰ 'ਚ ਹੀ ਕਰਾਫਟ ਬਣਾਉਣ ਤੇ ਅਸੀਂ ਉਹਨਾਂ ਤੋਂ ਕਲੈਕਟ ਕਰ ਲਈਏ। ਸੋ ਇੱਕ ਰੋਜ਼ਗਾਰ ਪੈਦਾ ਕਰਨ ਦਾ ਸਾਡਾ ਇਹ ਤਰੀਕਾ ਸੀ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਸਾਹਿਬ, ਐਗਰੀਕਲਚਰ ਵੇਸਟ ਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਬਣਾ ਰਹੇ ਹੋ, ਇਹਨਾਂ ਦੀ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਮੰਗ ਹੈ ਜਾਂ ਇੰਡੀਆ 'ਚ ਵੀ ਮੰਗ ਦਾ ਪੱਧਰ ਵੱਧ ਰਿਹਾ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਸਿਰਫ ਫੋਰਨ ਦੇ ਵਿੱਚ ਇਹਦੀ ਡਿਮਾਂਡ ਨਹੀਂ ਹੈ ਜੀ। ਤੁਸੀਂ ਅਗਰ ਜਲੰਧਰ ਦੇ ਵਿੱਚ ਹੋ, ਜਲੰਧਰ 'ਚ ਕਿਸੇ ਮਾਲ 'ਚ ਚਲੇ ਜਾਓ ਜੀ, ਸੋ ਤੁਹਾਨੂੰ ਉੱਥੇ ਡਰਾਈ ਫਲਾਵਰਸ ਕਾਫੀ ਮਹਿੰਗੇ ਸੇਲ ਹੁੰਦੇ ਮਿਲਣਗੇ। ਬਿਲਕੁਲ ਬਿਲਕੁਲ। ਤੁਸੀਂ ਚੰਡੀਗੜ੍ਹ ਮਾਲ ਚਲ ਜਾਓ, ਕਾਫੀ ਮਹਿੰਗੇ ਤੁਹਾਨੂੰ ਸੇਲ ਹੁੰਦੇ ਮਿਲ ਜਾਣਗੇ ਜੀ। ਈਵਨ ਤੁਸੀਂ ਆਪਣੇ ਘਰਾਂ ਦੇ ਟੇਬਲ ਦੇਖ ਲਓ ਤਾਂ ਟੇਬਲ ਦੇ ਵਿੱਚ ਪੌਟ ਪਿਊਰੀਜ਼ ਅੱਜ ਆ ਰਹੀਆਂ ਨੇ। ਬਿਲਕੁਲ ਆ ਰਹੀਆਂ। ਸੋ ਇਹ ਚੀਜ਼ਾਂ ਡਿਮਾਂਡ ਹੈ ਤਾਂ ਸ਼ੁਰੂ ਹੋ ਚੁੱਕੀਆਂ ਨੇ। ਸੋ ਅੱਗੇ ਅੱਗੇ ਸਾਨੂੰ ਇਹ ਸੰਭਾਲਣੀਆਂ ਪੈਣਗੀਆਂ। ਇੱਕ ਗੱਲ ਕਹਾਂ ਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਨਵਾਂ ਆਰਟ ਸ਼ੁਰੂ ਦੇਖਿਆ, ਰੇਜ਼ਿਨ ਆਰਟ ਜੀ। ਸੋ ਉਹਦੇ ਵਿੱਚ ਕੀ ਹੋ ਰਿਹਾ ਕਿ ਨੈਚੁਰਲ ਡਰਾਈ ਫੁੱਲਾਂ ਨੂੰ ਪਾ ਕੇ ਬੁੱਕ ਮਾਰਕ ਬਣ ਰਹੇ ਨੇ ਜੀ। ਉਹਨਾਂ ਨੂੰ ਨੈਚੁਰਲ ਡਰਾਈ ਕਰਕੇ ਈਅਰ ਰਿੰਗਸ ਬਣ ਰਹੇ ਨੇ ਜੀ। ਸੋ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਡਰਾਈ ਫੁੱਲ ਕਿੱਥੋਂ ਲੈਂਦੇ ਹੋ ਜੀ, ਤਾਂ ਹੈਰਾਨੀ ਵਾਲੀ ਗੱਲ ਸੀ ਕਿ ਉਹ ਫੁੱਲ ਜਿਹੜੇ ਸਾਡੇ ਇੰਡੀਆ 'ਚ ਹੁੰਦੇ ਨੇ ਉਹ ਡਰਾਈ ਹੋ ਕੇ ਵੀ ਚਾਈਨਾ ਤੋਂ ਆ ਰਹੇ ਨੇ। ਓਹੋ। ਸੋ ਇਹ ਕਿੰਨਾ ਵਧੀਆ ਰੋਜ਼ਗਾਰ ਦਾ ਸਾਧਨ ਸੀ ਜੇ ਅਸੀਂ ਇਹਨੂੰ ਡਿਵੈਲਪ ਕਰੀਏ ਜੀ। ਸੋ ਉਹ ਚਾਈਨਾ ਨੂੰ ਜਿਹੜਾ ਅਸੀਂ ਪੈਸਾ ਦੇਣਾ ਉਹ ਵੀ ਬਚੇਗਾ, ਸਾਡੇ ਲੋਕਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਔਰ ਉਹਦੇ ਵਿੱਚੋਂ ਕਾਫੀ ਚੀਜ਼ਾਂ ਇਦਾਂ ਦੀਆਂ ਸੀ ਜਿਹੜੀਆਂ ਸਾਡੇ ਐਗਰੀਕਲਚਰ ਵੇਸਟ ਦੀਆਂ ਨੇ ਜੀ। ਸੋ ਉਹਨਾਂ ਤੋਂ ਇੰਡੀਆ ਦੇ ਵਿੱਚ ਕਰਾਫਟ ਬਣ ਰਹੇ ਨੇ, ਫੁੱਲ ਚਾਈਨਾ ਤੋਂ ਆ ਰਹੇ ਨੇ। ਤਾਂ ਸੋਚਣ ਵਾਲੀ ਗੱਲ ਹੈ ਕਿ ਇਹਦਾ ਸਕੋਪ ਹੈ ਤਾਂ ਹੀ ਕੁਝ ਹੈ। ਇੱਕ ਮੈਂ ਫੋਟੋਗ੍ਰਾਫ ਸਕਰੀਨ ਦੇ ਉੱਤੇ ਦੇਖ ਰਹੀ ਹਾਂ, ਇਹ ਬੁੱਕ ਮਾਰਕਸ ਬਣੇ ਹੋਏ ਆ, ਇਹ ਕਿਸ ਚੀਜ਼ ਤੋਂ ਬਣੇ ਹੋਏ ਆ? ਸੋ ਜਿਹੜਾ ਸੈਂਟਰ ਦੇ ਵਿੱਚ ਬੁੱਕ ਮਾਰਕ ਤੁਸੀਂ ਦੇਖ ਰਹੇ ਹੋ ਜੀ, ਇਹ ਟਿਕੋਮਾ ਫਲਾਵਰ ਹੁੰਦਾ ਹੈ, ਉਹਨੂੰ ਡਰਾਈ ਕਰਕੇ ਉਹਦੇ ਉੱਤੇ ਛੋਟੇ ਛੋਟੇ ਬੀਜ ਲਾ ਕੇ ਇੱਕ ਡਾਲ ਬਣਾਈ ਗਈ ਹੈ ਜੀ। ਸੋ ਜਿਹੜਾ ਸੈਕਿੰਡ ਤੁਸੀਂ ਦੇਖ ਰਹੇ ਹੋ ਉਹ ਬਲੂ ਕਲਰ ਦੇ ਵਿੱਚ, ਉਹ ਪਾਮ ਵੇਸਟ ਹੈ ਤੇ ਉਹਦੇ ਤੋਂ ਤਿਤਲੀ ਬਣਾਈ ਗਈ ਹੈ ਜੀ। ਸੋ ਜਿਹੜਾ ਰੈੱਡ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਕੀ ਹੈ ਕਿ ਉਹਦੇ ਵਿੱਚ ਵੀ ਪਾਮ ਵੇਸਟ ਤੋਂ ਫਲਾਵਰਸ ਬਣਾਏ ਗਏ ਨੇ। ਸੋ ਇਹ ਬੁੱਕ ਮਾਰਕ ਨੈਚੁਰਲੀ ਅਸੀਂ ਯੂਜ਼ ਕਰ ਸਕਦੇ ਹਾਂ ਔਰ ਇਹਦੇ ਵਿੱਚ ਪ੍ਰਿੰਟਿੰਗ ਇੰਕ ਕੋਈ ਨਹੀਂ ਹੈ। ਅੱਛਾ ਜੀ। ਕਿਉਂਕਿ ਪ੍ਰਿੰਟਿੰਗ ਇੰਕ ਦੇ ਵਿੱਚ ਵੀ ਕੈਮੀਕਲ ਨੇ। ਹਾਂਜੀ। ਸੋ ਇਹਨੂੰ ਲੈਮਿਨ, ਇਹ ਜਿਹੜਾ ਤੁਸੀਂ ਨੈਕਸਟ ਬੁੱਕ ਮਾਰਕ ਕਰ ਰਹੇ ਹੋ ਇਹਦੀ ਮੈਂ ਗੱਲ ਕਰ ਰਿਹਾ ਸੀ ਕਿ ਰੇਜ਼ਿਨ ਆਰਟ ਤੋਂ ਬਣਿਆ ਹੋਇਆ ਹੈ। ਔਰ ਇਹ ਜਿਹੜੇ ਫੁੱਲ ਇਦਾਂ ਦੇ ਜਿਹੜੇ ਨੇ ਉਹ ਬਾਹਰੋਂ ਆ ਰਹੇ ਨੇ ਚਾਈਨਾ ਤੋਂ, ਇਹ ਸਾਡੇ ਆਪਣੇ ਡਰਾਈ ਕੀਤੇ ਹੋਏ ਨੇ। ਇਦਾਂ ਦੀਆਂ ਸੇਮ ਚੀਜ਼ਾਂ। ਇਹ ਰੇਜ਼ਿਨ ਆਰਟ ਕੀ ਹੁੰਦਾ ਹੈ? ਬੇਸਿਕਲੀ ਰੇਜ਼ਿਨ ਤੋਂ ਡਿਫਰੈਂਟ ਤਰ੍ਹਾਂ ਦੇ ਕਰਾਫਟ ਬਣਾਏ ਜਾਂਦੇ ਨੇ ਜੀ। ਕੋਸਟਰਸ ਹੈ, ਉਸ ਤੋਂ ਬਿਨਾ ਬੁੱਕ ਮਾਰਕ ਨੇ ਜੀ। ਉਸ ਤੋਂ ਬਿਨਾ ਅਗਰ ਅਸੀਂ ਦੇਖਦੇ ਹਾਂ ਈਅਰ ਰਿੰਗਸ ਹੈ, ਈਵਨ ਲੇਡੀਜ਼ ਦੇ ਪਾਉਣ ਲਈ ਕਈ ਤਰ੍ਹਾਂ ਦੇ ਆਰਨਾਮੈਂਟਸ ਨੇ, ਉਹ ਇਹਦੇ ਤੋਂ ਬਣਦੇ ਨੇ।
ਸੋ ਉਹਦੇ ਵਿੱਚ ਉਹ ਕੀ ਕਰਦੇ ਨੇ, ਡਰਾਈ ਫਲਾਵਰਸ ਯੂਜ਼ ਕਰਦੇ ਨੇ ਜੀ। ਸੋ ਜਿਹੜੇ ਡਰਾਈ ਫਲਾਵਰਸ ਨੇ ਉਹ ਚਾਈਨਾ ਤੋਂ ਆ ਰਹੇ ਸੀ, ਸੋ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਨੈਚੁਰਲ ਫਲਾਵਰ ਕਰੀਏ। ਔਰ ਤੁਸੀਂ ਇਹ ਦੇਖੀਆਂ ਪਿਕਚਰਸ ਦੇ ਵਿੱਚ ਕਿ ਇਹਨਾਂ ਦੇ ਕਲਰ ਬਹੁਤ ਬ੍ਰਾਈਟ ਨੇ ਔਰ ਨੈਚੁਰਲ ਨੇ ਔਰ ਫੁੱਲ ਵੀ ਬੜੇ ਵਧੀਆ ਡਰਾਈ ਹੋਏ ਹੋਏ ਨੇ। ਇੱਕ ਹੋਰ ਫੋਟੋਗ੍ਰਾਫ ਸਕਰੀਨ ਦੇ ਉੱਤੇ ਹੁਣ ਆ ਰਹੀ ਹੈ, ਇਸ ਬਾਰੇ ਗੱਲ ਕਰਦੇ ਹਾਂ। ਇਹ ਈਅਰ ਰਿੰਗਸ ਨੇ ਜਿਹੜੇ ਫੁੱਲਾਂ ਤੋਂ ਬਣਾਏ ਗਏ ਨੇ ਜੀ। ਸੋ ਇਹ ਨੈਚੁਰਲ ਫਲਾਵਰਸ ਨੇ ਔਰ ਇਹਨਾਂ ਨੂੰ ਲੇਡੀਜ਼ ਆਪਣੇ ornament ਵਜੋਂ ਵਰਤ ਸਕਦੀਆਂ ਨੇ। ਇਹ ਵੀ ਕਮਾਈ ਚੰਗੀ ਹੁੰਦੀ ਹੋਣੀ, ਮੈਨੂੰ ਤਾਂ ਲੱਗਦਾ ਸਭ ਤੋਂ ਜ਼ਿਆਦਾ ਕਮਾਈ ਇਹਦੇ ਵਿੱਚ ਕਾਫੀ ਇਨਕਮ ਹੈ ਔਰ ਕਾਫੀ ਇਹਦੀ ਡਿਮਾਂਡ ਵੀ ਅੱਜਕੱਲ ਹੈ। ਤੁਸੀਂ ਦੇਖੋਗੇ ਕਿ ਡਰਾਈ ਫਲਾਵਰਸ ਤੋਂ ਬਣੇ ਹੋਏ ਈਅਰ ਰਿੰਗਸ ਔਰ ਈਵਨ ਮਾਲਾ ਜਿਹੜੀਆਂ ਨੇ ਉਹ ਅੱਜਕੱਲ ਗਰਲਸ ਜਿਹੜੀਆਂ ਨੇ ਉਹ ਜਿਵੇਂ ਮਹਿੰਦੀ ਦਾ ਫੰਕਸ਼ਨ ਹੁੰਦਾ ਉਹਦੇ ਵਿੱਚ ਤੁਸੀਂ ਦੇਖੋਗੇ ਅੱਜਕੱਲ ਬਹੁਤ ਟ੍ਰੈਂਡ ਹੈ ਔਰ ਉਹ ਵੀ ਪਲਾਸਟਿਕ ਦੀਆਂ ਪਾਉਂਦੀਆਂ ਨੇ ਜੀ। ਜੀ ਸੋ ਉਹਦੇ ਵਿੱਚ ਕਈ ਲੋਕ ਤਾਂ ਉਹਨਾਂ ਨੂੰ ਜਿਹੜਾ ਹੈਗਾ ਸਾਊਥ ਤੋਂ ਮੰਗਾ ਰਹੇ ਨੇ ਜਿਹੜੇ ਨੈਚੁਰਲ ਡਰਾਈ ਨੇ। ਓਕੇ। ਸੋ ਕੋਸ਼ਿਸ਼ ਸਾਡੀ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਲੋਕਲ ਇਹ ਚੀਜ਼ਾਂ ਤਿਆਰ ਕਰੀਏ ਤਾਂ ਕਿ ਸਾਨੂੰ ਕਿਤੋਂ ਹੋਰੋਂ ਨਾ ਮੰਗਵਾਉਣੀਆਂ ਪੈਣ, ਪੰਜਾਬ ਦੀ ਚੀਜ਼ ਪੰਜਾਬ 'ਚ ਸੇਲ ਹੋਵੇ ਔਰ ਸਾਨੂੰ ਇੱਥੇ ਇੰਪਲੋਇਮੈਂਟ ਮਿਲ ਕੇ ਸਾਡਾ ਪੈਸਾ ਜਿਹੜਾ ਬਾਹਰ ਜਾ ਰਿਹਾ ਸੀ ਉਹਨੂੰ ਰੋਕਿਆ ਜਾ ਸਕੇ। ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਪੁੱਛੂੰਗੀ ਕਿ ਕਿਹੜੇ ਰਹਿੰਦ ਖੂੰਦ ਤੋਂ ਕਿਹੜੀ ਜੁਐਲਰੀ ਬਣਾਈ ਜਾ ਸਕਦੀ ਹੈ, ਕਿਉਂਕਿ ਜੇ ਲੋਕ ਘਰੇ ਵੀ ਬਣਾਉਣਾ ਚਾਹਣ ਤਾਂ ਜ਼ਰੂਰ ਬਣਾਉਣ। ਪਰ ਫਿਲਹਾਲ ਆਪਾਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਪਹਿਲਾਂ ਗੀਤ ਦੇਖਦੇ ਹਾਂ। ਓਏ ਇੱਕ ਗੱਲ ਸੋਹਣੀਏ ਤੂੰ ਸੁਣ ਲੈ ਨੀ ਮੇਰੀ, ਨੀ ਕਦੇ ਵੀ
ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸਾਡੇ ਨਾਲ ਨੇ ਡਾਕਟਰ ਜੁਝਾਰ ਸਿੰਘ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ, ਔਰ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਖੇਤੀਬਾੜੀ ਦੀ ਰਹਿੰਦ ਖੂੰਹਦ ਤੋਂ ਕਮਾਈ ਕਿਵੇਂ ਕੀਤੀ ਜਾਏ। ਤੇ ਅੱਜ ਤੁਸੀਂ ਉਹ ਸਾਧਨ ਦੱਸੇ ਨੇ ਜਿਹੜੇ ਹੱਲੇ ਸਾਡੀ ਸੋਚ ਤੋਂ ਬਹੁਤ ਪਰੇ ਨੇ। ਅਸੀਂ ਗਹਿਣੇ ਬਣੇ ਦੇਖੇ ਖੇਤੀ ਦੇ ਵੇਸਟ ਦੇ ਨਾਲ। ਕਿਹੜੀਆਂ ਫਸਲਾਂ ਤੋਂ ਆਪਾਂ ਘਰੇ ਵੀ ਕੁਝ ਬਣਾ ਸਕਦੇ ਹਾਂ ਤਾਂ ਜੋ ਸਾਨੂੰ ਬਾਜ਼ਾਰ ਨਾ ਜਾਣਾ ਪਵੇ ਤੇ ਪੰਜਾਬ 'ਚ ਹੀ ਸਰ ਜਾਵੇ। ਸੋ ਦੇਖੀਏ ਕਿ ਜਿਹੜੀ ਖੇਤੀਬਾੜੀ ਦੀ ਰਹਿੰਦ ਖੂੰਹਦ ਹੈ ਉਹਦੇ ਵਿੱਚ ਅਸੀਂ ਬੇਸਿਕਲੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਵੀਡ ਨੇ, ਨਦੀਨ ਨੇ ਜਿਨ੍ਹਾਂ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ। ਇੱਕ ਛੋਟਾ ਜਿਹਾ ਪੱਖ ਮੈਂ ਹੋਰ ਲਵਾਂਗਾ ਜੀ, ਮੈਡੀਸਨਲ ਪਲਾਂਟਸ ਪੱਖੋਂ। ਜੀ ਅਸੀਂ ਦੇਖਦੇ ਹਾਂ ਕਿ ਜਿਵੇਂ ਅਸ਼ਵਗੰਧਾ ਦਾ ਪੌਦਾ ਹੈ ਜੀ, ਔਰ ਅੱਜ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਵਿੱਚ ਤੁਸੀਂ ਅਸ਼ਵਗੰਧਾ ਨੂੰ ਦੇਖਦੇ ਹੋ। ਬਿਲਕੁਲ, ਚਾਹੇ ਚਮਨਪ੍ਰਾਸ਼ ਖਾਨੇ ਉਹਦੇ ਵਿੱਚ ਵੀ ਅਸ਼ਵਗੰਧਾ ਹੈ ਜੀ। ਹਾਈਪਰਟੈਂਸ਼ਨ ਹੈ ਲੋਕਾਂ ਨੂੰ ਤਾਂ ਵੀ ਉਹਨੂੰ ਰਿਡਿਊਸ ਕਰਨ ਲਈ ਉਹ ਅਸ਼ਵਗੰਧਾ ਯੂਜ਼ ਕਰਦੇ ਜੀ। ਸੋ ਜਿਹੜਾ ਅਸ਼ਵਗੰਧਾ ਹੈ ਉਹ ਸਾਡੇ ਪੰਜਾਬ ਦੇ ਵਿੱਚ ਵਾਈਲਡ ਹੈ, ਜੰਗਲੀ ਹੈ, ਔਰ ਅਸੀਂ ਪੱਟ ਕੇ ਸਿੱਟ ਰਹੇ ਹਾਂ। ਸੋ ਉਹਨਾਂ ਨੂੰ ਸੰਭਾਲਣ ਦੀ ਵੀ ਲੋੜ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਪਲਾਂਟਸ ਨੂੰ ਵੀ ਬਚਾਇਆ ਜਾ ਸਕੇ ਜੀ। ਇਸ ਤੋਂ ਬਿਨਾਂ ਕਾਫੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਪੌਦੇ ਨੇ ਜਿਨ੍ਹਾਂ ਦੀ ਮੈਡੀਸਨਲ ਵੈਲਿਊ ਹੈ ਜੀ। ਜਿਵੇਂ ਅਸੀਂ ਗੱਲ ਕਰ ਲਈਏ ਤਾਂ ਇੱਕ ਪੌਦਾ ਆਮ ਸਾਡੇ ਘਰਾਂ ਦੇ ਵਿੱਚ ਜਿਹਦੇ ਲਾਲ ਰੰਗ ਦੇ ਪੱਤੇ ਨੇ, ਜ਼ਮੀਨ ਦੇ ਵਿੱਚ ਉੱਗਿਆ ਹੁੰਦਾ ਹੈ, ਜਿਹਨੂੰ ਅਸੀਂ ਹਜ਼ਾਰਦਾਨੀ ਕਹਿੰਦੇ ਹਾਂ। ਹੁਣ ਤੁਸੀਂ ਦੇਖੋਗੇ ਜਿਸ ਤਰ੍ਹਾਂ ਬਰਸਾਤਾਂ ਸ਼ੁਰੂ ਹੋਣਗੀਆਂ ਪੀਲੀਆ ਬਹੁਤ ਫੈਲੇਗਾ, ਔਰ ਉਹਦੀਆਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਅਸੀਂ ਖਾ ਕੇ ਅੱਕ ਜਾਂਦੇ ਹਾਂ, ਪਰ ਪੀਲੀਆ ਠੀਕ ਨਹੀਂ ਹੁੰਦਾ। ਬਟ ਉਹ 3 ਦਿਨਾਂ ਦੇ ਵਿੱਚ ਜਿਹੜਾ ਪੀਲੀਆ ਹੈ ਉਹ ਠੀਕ ਕਰ ਦਿੰਦਾ। ਸੋ ਦੈਟ ਮੀਨਸ ਕਿ ਐਗਰੀਕਲਚਰ ਦੀ ਰਹਿੰਦ ਖੁੰਦ ਜਿਹਨੂੰ ਅਸੀਂ ਰਹਿੰਦ ਖੁੰਦ ਮੰਨਦੇ ਹਾਂ ਉਹ ਰਹਿੰਦ ਖੁੰਦ ਹੈ ਨਹੀਂ। ਉਹ ਸਾਡੇ ਮੈਡੀਸਨਲ ਵੈਲਿਊ ਵੀ ਦੇ ਰਹੀ ਹੈ, ਉਹ ਸਾਨੂੰ ਕਰਾਫਟ ਵੀ ਬਣਾ ਕੇ ਦੇ ਰਹੀ ਹੈ, ਉਹ ਸਾਡੇ ਕਈ ਤਰ੍ਹਾਂ ਦੇ ਬਿਜ਼ਨਸ ਵੀ ਸਟਾਰਟ ਕਰ ਰਹੀ ਹੈ ਜੀ। ਮੈਂ ਉਹ ਗੱਲ ਕਰ ਰਹੀ ਸੀ ਕਿ ਜੁਐਲਰੀ ਕਿਹੜੀ ਚੀਜ਼ਾਂ ਤੋਂ ਆਪਾਂ ਘਰੇ ਬਣਾ ਸਕਦੇ। ਜਿੱਥੇ ਤੱਕ ਜੁਐਲਰੀ ਦੀ ਗੱਲ ਹੈ ਕਿ ਅਸੀਂ ਦੇਖੀਏ ਤਾਂ ਇੱਕ ਜਿਹੜਾ ਫਲਾਰ ਹੈ ਉਹ ਬਹੁਤ ਜ਼ਿਆਦਾ ਸੜਕਾਂ ਦੇ ਨਾਲ ਲੱਗਿਆ ਹੋਇਆ ਲੈਜਿਸਟ੍ਰੋਮੀਆ ਦਰਖਤ ਹੈ, ਉਹਦੇ ਫਲ ਕਾਫੀ ਗਿਰਦੇ ਨੇ ਜੀ। ਸੋ ਅਸੀਂ ਉਹਨੂੰ ਕਲੈਕਟ ਕੀਤਾ। ਉਸ ਤੋਂ ਬਾਅਦ ਇੱਕ ਅੱਜ ਕੱਲ ਫਲਾਰ ਦੇਖੋਗੇ ਕੁੱਕੜ ਕਲਗੀ ਕਹਿੰਦੇ ਨੇ। ਹਾਂਜੀ, ਮੈਨੂੰ ਪਤਾ ਹੈ। ਉਹਦੇ ਨਾਲ ਦਾ ਫੁੱਲ ਜਿਹੜਾ ਸਾਡੇ ਖੇਤਾਂ 'ਚ ਆਮ ਉੱਗਦਾ ਹੈ, ਵਾਈਲਡ ਹੈ। ਹਾਂਜੀ, ਸੋ ਉਹਨੂੰ ਲੈ ਕੇ ਦੋਨਾਂ ਨੂੰ ਕੰਬਾਈਨ ਕਰਕੇ ਡਿਫਰੈਂਟ ਤਰ੍ਹਾਂ ਦੇ ਈਅਰਿੰਗਸ ਬਣ ਸਕਦੇ ਨੇ। ਉਹਦੇ ਨਾਲ ਤੁਸੀਂ ਲੌਕਟ ਬਣਾ ਸਕਦੇ ਹੋ। ਇਸੇ ਤਰ੍ਹਾਂ ਰੇਜ਼ਿਨ ਜਿਹੜਾ ਤੁਸੀਂ ਦੇਖਿਆ ਇਹਦੇ ਨਾਲ ਲੌਕਟਸ ਬਣ ਸਕਦੇ ਨੇ। ਇਹਦੇ ਵਿੱਚ ਤੁਸੀਂ ਡੇਜ਼ੀ ਵਰਤ ਸਕਦੇ ਹੋ, ਪੈਨਜ਼ੀ ਵਰਤ ਸਕਦੇ ਹੋ, ਜਾਂ ਡਿਫਰੈਂਟ ਜਿਹੜੇ ਸਾਡੇ ਕਰਾਫਟ ਨੇ ਉਹਨਾਂ ਦੇ ਵਿੱਚ ਛੋਟੇ ਬਰੀਕ ਜਦੋਂ ਤੁਸੀਂ ਫਲਾਵਰ ਬਣਾਉਣੇ ਆ ਤਾਂ ਬਾਜਰੇ ਦੇ ਸਿੱਟੇ ਦੇ ਜਿਹੜਾ ਵੇਸਟ ਹੈ ਯਾਨੀ ਕਿ ਵਿੱਚੋਂ ਛੋਟੇ ਦਾਣੇ ਹੈ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਹੋ। ਬਹੁਤ ਕੋ ਮੈਨੂੰ ਨਾ ਡਾਕਟਰ ਸਾਹਿਬ ਯਾਦ ਆ ਰਿਹਾ ਕਿ ਡਕੋਣੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਡਿੱਗਦੀਆਂ, ਉਹ ਵੀ ਕਿੰਨੀਆਂ ਗੋਲ ਹੁੰਦੀਆਂ, ਉਹਦੇ ਵਿੱਚ ਧਾਗਾ ਲੰਘਾ ਦਿਓ ਤੇ ਮਾਲਾ ਬਣ ਜਾਏਗੀ। ਸੋ ਮੈਂ ਕਹਿੰਦਾ ਹੁੰਦਾ ਮੇਰੇ ਨਾਲ ਜਿਹੜੇ ਵਰਕਰ ਕੰਮ ਕਰਦੇ ਨੇ ਜੀ, ਮੈਨੂੰ ਕਹਿੰਦਾ ਤੁਹਾਡੀ ਹਾਲਤ ਇਹ ਹੋ ਜਾਏਗੀ ਜਦੋਂ ਤੁਸੀਂ ਰਸਤੇ 'ਚ ਜਾਓਗੇ ਜੀ, ਕੋਈ ਚੀਜ਼ ਦੇਖੋਗੇ ਤੁਹਾਨੂੰ ਲੱਗੇਗਾ ਇਸ ਦਾ ਆ ਬਣ ਸਕਦਾ। ਮੈਨੂੰ ਲੱਗਣ ਲੱਗ ਗਿਆ ਜੀ। ਇੱਕ ਆਪਾਂ ਹੋਰ ਫੋਟੋਗ੍ਰਾਫ ਦੇਖਾਂਗੇ ਸਕਰੀਨ ਦੇ ਉੱਤੇ ਔਰ ਇਸ ਦੇ ਬਾਰੇ ਪੁੱਛਦੇ ਹਾਂ ਡਾਕਟਰ ਸਾਹਿਬ ਤੋਂ। ਸੋ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਜੀ, ਇਹ ਆਮ ਸਾਡੇ ਘਰਾਂ ਦੇ ਵਿੱਚ ਇੱਕ ਦਰਖਤ ਹੁੰਦਾ ਹੈ ਜਾਂ ਪਿੰਡਾਂ ਦੇ ਵਿੱਚ ਹੁੰਦਾ ਹੈ। ਇਹ ਬੋੜ ਹੈ। ਸੋ ਬੋੜ ਦੀ ਜਿਹੜੀ ਜੜ ਹੈ ਉਹਨੂੰ ਉਤਾਰ ਕੇ ਉਸ ਤੋਂ ਬਾਅਦ ਉਹਨੂੰ ਗਿੱਲਾ ਕਰਕੇ ਉਹਦਾ ਛਿੱਲਕ ਉਤਾਰ ਲਿਆ ਗਿਆ। ਉਹ ਜਿਹੜੀ ਬਚੀ ਹੈ ਉਹਨੂੰ ਫਿਰ ਸੁਕਾ ਕੇ ਉਹਦੇ ਉੱਤੇ ਕਲਰ ਕਰਕੇ ਇਹ ਜਿਹੜੀ ਪੇਂਟਿੰਗ ਹੈ ਇਹ ਬਣਾਈ ਗਈ ਹੈ। ਵਾਹ। ਸੋ ਬੋੜ ਦੀ ਜੜ ਜਿਹੜੀ ਆਮ ਵੇਸਟ ਹੁੰਦੀ ਹੈ ਉਹਦੇ ਤੋਂ ਇੱਕ ਜਿਹੜੀ ਪੇਂਟਿੰਗ ਹੈ ਉਹ ਬਣੀ ਹੋਈ ਹੈ। ਇੱਕ ਕਾਸਮੈਟਿਕਸ ਵੀ ਤੁਸੀਂ ਬਣਾਉਂਦੇ ਹੋ, ਮੇਕਅਪ ਦਾ, ਸ਼ਿੰਗਾਰ ਦਾ ਸਮਾਨ ਵੀ ਵੇਸਟ ਤੋਂ, ਇਦਾਂ ਵੀ ਹੈ ਕੁਝ? ਅਸੀਂ ਉਹਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰ ਰਹੇ ਹਾਂ। ਅੱਛਾ ਜੀ। ਪਰ ਹਜੇ ਉਹਦੇ ਟੈਸਟਿੰਗ ਜਿਹੜੀ ਆ ਉਹ ਬਾਕੀ ਹੈ। ਓਕੇ। ਜਿਵੇਂ ਅਸੀਂ ਗੱਲ ਕਰ ਲਈਏ ਕਿ ਜਿਹੜੇ ਸ਼ਹਿਦ ਦੀਆਂ ਮੱਖੀਆਂ ਦਾ ਵੇਸਟ ਹੈ, ਜਿਵੇਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਜਿਹੜਾ ਛੱਤਾ ਹੈ ਜੀ, ਉਹਦੇ ਵਿੱਚ ਮੋਮ ਹੈ, ਉਹ ਵੇਸਟ ਹੈ ਜੀ। ਉਹ ਜਦੋਂ ਮੱਖੀਆਂ ਚਲੇ ਜਾਂਦੀਆਂ ਮੋਮ ਵੇਸਟ ਰਹਿ ਜਾਂਦਾ ਜੀ। ਸੋ ਉਹਨੂੰ ਯੂਜ਼ ਕਰਕੇ ਅਸੀਂ ਕਰੀਮਸ ਤਿਆਰ ਕਰ ਰਹੇ ਹਾਂ ਜਿਹੜੀਆਂ ਐਂਟੀ ਕ੍ਰੈਕਿੰਗ ਹੈ। ਪੈਰਾਂ ਦੇ ਵਿੱਚ ਜਦੋਂ ਫਟ ਜਾਂਦੀਆਂ ਨੇ ਤੁਸੀਂ ਉਹਦੇ ਤੇ ਉਹ ਕਰੀਮ ਲਗਾਓਗੇ ਤਾਂ ਉਹ ਵੱਧ ਤੋਂ ਵੱਧ ਹਫਤੇ ਦੇ ਵਿੱਚ ਤੁਹਾਡੇ ਜਿਹੜੀਆਂ ਅੱਡੀਆਂ ਫਟੀਆਂ ਹੋਈਆਂ ਨੇ ਉਹ ਠੀਕ ਕਰ ਦਿੰਦੀ ਹੈ। ਹਲੇ ਟੈਸਟਿੰਗ ਚੱਲ ਰਹੀ ਹੈ, ਬਸ ਉਡੀਕ ਰਹੇਗੀ ਮੈਨੂੰ। ਮਤਲਬ ਉਹਦੇ ਨਾਲ ਠੀਕ ਹੋ ਰਹੇ ਨੇ, ਪਰ ਕਈ ਟੈਸਟ ਜਿਹੜੇ ਸਾਨੂੰ ਜ਼ਰੂਰੀ ਹੁੰਦੇ ਨੇ ਉਹ ਅਸੀਂ ਉਹਦੇ ਕਰਵਾ ਰਹੇ ਹਾਂ। ਇੱਕ ਕਹਿੰਦੇ ਕਿ ਮੈਂ ਪੜ੍ਹ ਰਹੀ ਸੀ ਕਿਤੇ, ਬਨਾਨਾ ਜੀ ਕੇਲਿਆਂ ਤੋਂ ਕੁਸ਼ਨ ਬਣ ਰਹੇ ਆ। ਸਾਡੇ ਤਾਂ ਸੋਚ ਤੋਂ ਵੀ ਪਰੇ ਦੀ ਗੱਲ ਸੀ, ਸਾਇੰਸ ਜਿੱਥੇ ਪਹੁੰਚ ਜਾਂਦੀ ਆ। ਕੱਪੜਾ ਕਿੱਦਾਂ ਬਣ ਸਕਦਾ ਕੇਲੇ ਤੋਂ? ਸੋ ਤੁਸੀਂ ਬੜੀ ਵਧੀਆ ਗੱਲ ਕੀਤੀ। ਜਦੋਂ ਤੁਸੀਂ ਸਾਊਥ 'ਚ ਜਾਂਦੇ ਹੋ ਜ਼ਿਆਦਾਤਰ ਜੀ, ਕੇਲਾ ਤੁਹਾਨੂੰ ਉੱਧਰ ਜ਼ਿਆਦਾ ਮਿਲਦਾ ਜੀ। ਸੋ ਜਿਹੜੇ ਬਨਾਨਾ ਸਿਲਕ ਹੈ ਉਹ ਉੱਧਰ ਬਣ ਰਹੀ ਹੈ, ਔਰ ਫਿਲੀਪਾਈਨਸ ਵੱਲੋਂ ਇਹ ਪਹਿਲਾਂ ਸ਼ੁਰੂ ਕੀਤੀ ਗਈ ਸੀ, ਪਰ ਇੰਡੀਆ 'ਚ ਹੁਣ ਕਾਫੀ ਮਕਬੂਲ ਹੋ ਚੁੱਕੀ ਹੈ ਜੀ। ਅਸੀਂ ਦੇਖਦੇ ਹਾਂ ਕਿ ਉੱਧਰ ਜ਼ਿਆਦਾਤਰ ਜਿਹੜੀਆਂ ਲੇਡੀਜ਼ ਸਿਲਕ ਦੀਆਂ ਸਾੜੀਆਂ ਪਾ ਰਹੀਆਂ ਨੇ ਉਹ ਬਨਾਨਾ ਸਿਲਕ ਹੈ। ਔਰ ਮੇਰੇ ਲਈ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੈਂ ਸਾਊਥ 'ਚ ਉਹ ਬਨਾਨਾ ਸਿਲਕ ਤਾਂ ਦੇਖੀ ਜੀ,
ਪਰ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਕਈ ਤਰ੍ਹਾਂ ਦੇ ਇਦਾਂ ਦੇ ਨਦੀਨ ਨੇ ਜਿਨ੍ਹਾਂ ਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਅਸੀਂ ਗੱਲ ਕਰੀਏ ਤਾਂ ਇੱਕ ਨਦੀਨ ਆਂਦਾ ਹੈ ਜਿਹਨੂੰ ਬਿੱਛੂ ਬੁੱਟੀ ਕਿਹਾ ਜਾਂਦਾ ਹੈ ਜੀ, ਔਰ ਅਸੀਂ ਹਿਮਾਚਲ 'ਚ ਜਾਈਏ ਤਾਂ ਕੀ ਹੁੰਦਾ ਹੈ ਕਿ ਸਾਡੇ ਸਰੀਰ ਨਾਲ ਮਾੜਾ ਜਿਹਾ ਲੱਗ ਗਿਆ ਤਾਂ ਉੱਥੇ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਇੱਥੇ ਇੱਕ ਛੋਟਾ ਜਿਹਾ ਇਲਾਜ ਵੀ ਦੱਸਦਾ ਕਿ ਉਹਦੇ ਨਾਲ ਹੀ ਇੱਕ ਪੱਤਾ ਹੁੰਦਾ ਹੈ, ਉਹਨੂੰ ਅਸੀਂ ਜੰਗਲੀ ਪਾਲਕ ਕਹਿੰਦੇ ਆ, ਉਹ ਪੱਤਾ ਲਾ ਲਈਏ ਤਾਂ ਉਹ ਠੀਕ ਹੋ ਜਾਂਦਾ ਹੈ। ਹੁਣ ਇਹ ਇੰਨੀ ਵੱਡੀ ਸਕਿਨ ਲਈ ਪ੍ਰੋਬਲਮ ਹੈ ਤੇ ਮੈਂ ਉਦੋਂ ਹੈਰਾਨ ਰਹਿ ਗਿਆ ਕਿ ਉਹਨੂੰ ਪਾਣੀ ਵਿੱਚ ਗਲਾ ਕੇ ਉਹਦੇ ਰੇਸ਼ੇ ਇਕੱਠੇ ਕਰਕੇ ਉਹਦੇ ਤੋਂ ਵੀ ਕੱਪੜੇ ਬਣ ਰਹੇ ਨੇ। ਜਿਹੜਾ ਨੁਕਸਾਨ ਕਰ ਰਿਹਾ ਸੀ ਉਹਨੂੰ ਇਸ ਤਰੀਕੇ ਦੇ ਨਾਲ ਵਰਤਿਆ ਗਿਆ ਕਿ ਉਹਦੇ ਹੁਣ ਕੱਪੜੇ ਬਣ ਰਹੇ ਨੇ, ਔਰ ਕੱਪੜੇ ਗਰਮੀਆਂ ਦੇ ਵਿੱਚ ਠੰਡੇ ਨੇ। ਕਿਉਂਕਿ ਕਹਿੰਦੇ ਨੇ ਕਿ ਜਿਹੜਾ ਇੱਕ ਤਰੀਕੇ ਦਾ ਫੈਸ਼ਨ ਵੇਸਟ ਆ ਉਹ ਵੀ ਬਹੁਤ ਜ਼ਿਆਦਾ ਵਾਤਾਵਰਨ ਨੂੰ ਖਰਾਬ ਕਰ ਰਿਹਾ, ਸੋ ਇਹਦੇ ਚ ਬਹੁਤ ਵੱਡੀ ਯੋਗਦਾਨ ਹੈ ਸਾਡੀ ਫਿਰ ਖੇਤੀਬਾੜੀ ਦੀ ਰਹਿੰਦ ਦੇਖੋ ਮੈਂ ਇੱਕ ਗੱਲ ਕਹਾਂ ਕਿ ਜਿਹੜੇ ਕੱਪੜੇ ਦੀ ਅਸੀਂ ਵੇਸਟ ਦੀ ਗੱਲ ਕੀਤੀ ਹੈ, ਇਹਦੇ ਉੱਤੇ ਵੀ ਹੁਣ ਜਿਹੜਾ ਹੈਗਾ ਕਾਫੀ ਵੱਡੀਆਂ ਕੰਪਨੀਆਂ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਨੇ ਜੀ। ਉਹ ਕੀ ਕਰਦੇ ਨੇ ਕਿ ਜਿੰਨਾ ਪੁਰਾਣਾ ਕੱਪੜਾ ਵੇਸਟ ਹੈ ਉਹਨੂੰ ਕਲੈਕਟ ਕਰ ਰਹੇ ਨੇ ਜੀ, ਔਰ ਮਸ਼ੀਨਾਂ ਆ ਚੁੱਕੀਆਂ ਉੱਤੇ ਤੁਸੀਂ ਰੱਖਦੇ ਹੋ ਦੱਸ ਦਿੰਦੀ ਹੈ ਕਿੰਨੇ % ਕਾਟਨ ਹੈ ਜੀ। ਸੋ ਉਸ ਤੋਂ ਬਾਅਦ ਉਹਦੇ ਦੁਬਾਰਾ ਉਹਨੂੰ ਪਿੰਜ ਕੇ ਦੁਬਾਰਾ ਕੱਪੜੇ ਬਣ ਰਹੇ ਨੇ। ਸੋ ਵੇਸਟ ਨੂੰ ਯੂਟਿਲਾਈਜ਼ ਕਰਨ ਬਾਰੇ ਹੁਣ ਸਾਨੂੰ ਸੋਚਣਾ ਪਏਗਾ ਕਿਉਂਕਿ ਨਹੀਂ ਤਾਂ ਕੱਪੜਾ ਵੀ ਇੰਨਾ ਕੁ ਵੇਸਟ ਸਾਡਾ ਆ ਜਾਏਗਾ ਕਿ ਉਹਦੇ ਵੀ ਵੱਡੇ ਵੱਡੇ ਪਹਾੜ ਜਿੱਦਾਂ ਸਾਡੇ ਕੂੜੇ ਕਰਕਟ ਦੇ ਬਣ ਰਹੇ ਨੇ ਉਹਦੇ ਬਣਾਉਣੇ ਪੈਣਗੇ। ਵਰਮੀ ਕੰਪੋਸਟਿੰਗ ਤਾਂ ਆਪਾਂ ਸਾਰੇ ਸ਼ੁਰੂ ਤੋਂ ਸੁਣਦੇ ਹੀ ਆਏ ਆ, ਪਰ ਮੈਂ ਚਾਹੁੰਦੀ ਆਪਾਂ ਅੱਜ ਕਰ ਰਹੇ ਆ ਇਸ ਵਾਰੀ ਉਹਦੀ ਵੀ ਥੋੜੀ ਗੱਲ ਕਰ ਲਈਏ। ਦੇਖੋ ਜਿਹੜਾ ਵਰਮੀ ਕੰਪੋਸਟ ਹੈ ਜ਼ਿਆਦਾਤਰ ਅਸੀਂ ਕਿਚਨ ਵੇਸਟ ਤੋਂ ਤਿਆਰ ਕਰ ਸਕਦੇ ਹਾਂ ਜਾਂ ਅਸੀਂ ਕਹਿ ਲਈਏ ਕਿ ਜਿਹੜਾ ਪਸ਼ੂਆਂ ਦਾ ਰਹਿੰਦ ਖੂੰਹਦ ਹੈ ਉਹਨੂੰ ਤਿਆਰ ਕਰਦੇ ਹਾਂ। ਜ਼ਿਆਦਾਤਰ ਇਹਨੂੰ ਛਾਂ ਦੇ ਵਿੱਚ ਅਸੀਂ ਤਿਆਰ ਕਰਦੇ ਹਾਂ ਔਰ ਜਿਹੜਾ ਇਹਨੂੰ ਗਲਾ ਕੇ ਖਾਦ ਬਣਦੀ ਹੈ ਉਹ ਅੱਜ ਤੁਸੀਂ ਦੇਖਦੇ ਹੋ ਕਿ ਐਗਰੀਕਲਚਰ ਦੇ ਵਿੱਚ ਵਰਤਿਆ ਜਾ ਰਿਹਾ ਔਰ ਇਹਦੇ ਵਿੱਚ ਆਮ ਜਿਹੜਾ ਗੋਹਾ ਗਲਿਆ ਹੋਇਆ ਅਸੀਂ ਪਾਉਂਦੇ ਹਾਂ ਉਹਦੇ ਨਾਲੋਂ ਨਾਈਟ੍ਰੋਜਨ ਜ਼ਿਆਦਾ ਹੁੰਦੀ ਹੈ। ਸੋ ਇੱਕ ਬੜਾ ਵਧੀਆ ਸਬਸਟੀਚਿਊਟ ਹੈ ਫਰਟੀਲਾਈਜ਼ਰ ਨੂੰ ਰਿਡਿਊਸ ਕਰਨ ਦਾ। ਇੱਥੇ ਇੱਕ ਗੱਲ ਹੋਰ ਐਡ ਕਰਾਂਗਾ ਕਿ ਹੈਦਰਾਬਾਦ ਜਦੋਂ ਗਿਆ ਉੱਥੇ ਇੱਕ ਨਵੀਂ ਚੀਜ਼ ਹੋਰ ਦੇਖੀ ਮੈਂ ਜੀ, ਔਰ ਜਿਹੜੀ ਉਹ ਆਪਣੇ ਨਾਰਥ ਇੰਡੀਆ 'ਚ ਮੈਂ ਨਹੀਂ ਦੇਖੀ ਜੀ। ਉਹ ਕੀ ਸੀ ਕਿ ਪੋਰਟੇਬਲ ਬਾਇਓਗੈਸ ਪਲਾਂਟ, ਮਤਲਬ ਉਹ ਪੋਰਟੇਬਲ ਨੇ, ਤੁਸੀਂ ਚੱਕ ਕੇ ਕਿਤੇ ਵੀ ਰੱਖ ਸਕਦੇ ਹੋ ਔਰ ਉਹਦੇ ਵਿੱਚ ਰੂਟੀਨ ਦੇ ਵਿੱਚ ਤੁਸੀਂ ਕਿਚਨ ਵੇਸਟ ਪਾਉਂਦੇ ਹੋ ਜੀ ਔਰ ਉਹ 4 ਜਣਿਆਂ ਜੋਗੀ ਗੈਸ ਪ੍ਰੋਡਿਊਸ ਕਰਦਾ ਹੈ ਰੋਟੀ ਬਣਾਉਣ ਲਈ। ਵਾਹ! ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਕੰਮ ਹੋ ਰਿਹਾ ਔਰ ਸਾਨੂੰ ਵੀ ਸੋਚਣਾ ਪਏਗਾ ਕਿ ਪੰਜਾਬ ਦੇ ਵਿੱਚ ਆਪਣੀ ਜਿਹੜੀ ਐਗਰੀਕਲਚਰ ਵੇਸਟ ਹੈ ਉਹਨੂੰ ਯੂਟਿਲਾਈਜ਼ ਕਰ ਸਕੀਏ। ਮੈਨੂੰ ਨਾਮ ਭੁੱਲ ਗਿਆ, ਆਪਾਂ ਅਕਸਰ ਪਿੰਡਾਂ ਦੇ ਵਿੱਚ ਦੇਖਦੇ ਆ ਉਹ ਗੋਹਾ ਇਕੱਠਾ ਕਰਕੇ ਉਹਦੀ ਗੈਸ ਬਣਦੀ ਹੁੰਦੀ ਹੈ, ਉਹ ਬਾਇਓਗੈਸ ਪਲਾਂਟ ਹੀ ਕਹਿੰਦੇ ਸ਼ਾਇਦ ਉਹਨਾਂ ਨੂੰ। ਇੱਕ ਹੋਰ ਚੀਜ਼ ਐਡ ਕਰਨਾ ਕਿ ਮੈਨੂੰ ਮੌਕਾ ਮਿਲਿਆ ਲਖਨਊ ਜਾਣ ਦਾ ਜੀ, ਸੋ ਮੇਰੀ ਆਦਤ ਹੈ ਕਿ ਜਿੱਥੇ ਮੈਂ ਜਾਵਾਂ ਉੱਥੇ ਕੁਝ ਨਵਾਂ ਦੇਖਦਾ ਇਦਾਂ ਦਾ ਕੀ ਹੋ ਰਿਹਾ। ਬਿਲਕੁਲ। ਸੋ ਉੱਥੇ ਜਿਹੜੀ ਨਵੀਂ ਚੀਜ਼ ਮੈਨੂੰ ਦੇਖਣ ਨੂੰ ਮਿਲੀ ਉਹ ਕੀ ਸੀ ਕਿ ਉਹ ਗੇਂਦੇ ਦੇ ਫੁੱਲ, ਕਿਉਂਕਿ ਉਧਰ ਟੈਂਪਲ ਬਹੁਤ ਨੇ, ਮੰਦਿਰ ਬਹੁਤ ਨੇ, ਉਹਨਾਂ ਚੋਂ ਵੇਸਟ ਚੱਕ ਲਿਆਂਦੇ ਨੇ ਜੀ। ਸੋ ਜਿਹੜਾ ਗੇਂਦਾ ਹੈ ਉਹਨੂੰ ਕੈਮੀਕਲਸ ਨਾਲ ਰਿਐਕਟ ਕਰਾ ਕੇ ਉਹਦਾ ਤੇ ਕਲਰਸ ਬਣਾ ਰਹੇ ਨੇ। ਹਾਂਜੀ, ਇਹ ਮੈਂ ਦੇਖਿਆ ਸੀ ਜੀ। ਸੋ ਜਿਹੜਾ ਪੀਲਾ ਕਲਰ ਹੈ ਉਹਦੇ ਤੋਂ ਨੀਲਾ ਵੀ ਬਣ ਜਾਏਗਾ, ਪੀਲੇ ਕਲਰ ਤੋਂ ਲਾਲ ਵੀ ਬਣ ਜਾਏਗਾ। ਸੋ ਹੈ ਕੀ ਸੀ, ਉਹ ਵੇਸਟ ਨੂੰ ਯੂਟਿਲਾਈਜ਼ ਕਰਕੇ ਸਾਡੀ ਨੈਚੁਰਲ ਡਾਈਜ਼ ਦੇ ਵਿੱਚ ਕਨਵਰਟ ਕਰ ਰਹੇ ਨੇ। ਨੋ ਡਾਊਟ ਕੈਮੀਕਲ ਪੈ ਰਿਹਾ ਪਰ ਇੱਕ ਪਾਸੇ ਟੋਟਲ ਕੈਮੀਕਲ ਹੈ, ਇੱਕ ਪਾਸੇ ਰਿਡਿਊਸਡ ਕੈਮੀਕਲ ਹੈ। ਬਿਲਕੁਲ। ਅਸੀਂ ਅਕਸਰ ਸੋਚਦੇ ਆ ਕਿ ਜਲਦੀ ਮਿਲ ਜਾਏ ਬਸ। ਹੁਣ ਦੇਖੋ ਤੁਸੀਂ ਕਿੰਨਾ ਕੁਝ ਦੱਸ ਰਹੇ ਹੋ ਕਿ ਕਿੰਨੀ ਜ਼ਿਆਦਾ ਕਮਾਈ ਹੋ ਸਕਦੀ ਹੈ, ਸਾਡੇ ਇੱਕ ਘਰ ਲੱਗੇ ਕਿਸੇ ਬੂਟੇ ਤੋਂ ਵੀ ਕਮਾਈ ਹੋ ਸਕਦੀ ਹੈ ਜਿਸ ਦੇ ਬਾਰੇ ਸਾਨੂੰ ਜਾਣਕਾਰੀ ਹੈ ਨਹੀਂ, ਪਰ ਸ਼ਾਇਦ ਅਸੀਂ ਆਲਸੀ ਇੰਨੇ ਹੋ ਗਏ, ਜੇ ਬਾਜ਼ਾਰ ਚੋਂ ਹੀ ਮਿਲਦਾ ਸੀ ਕੀ ਕਰਨਾ, ਉਹ ਸਸਤਾ ਵੀ ਮਿਲਦਾ ਆ। ਇੱਥੇ ਸਾਡੀ ਵੀ ਬਹੁਤ ਵੱਡੀ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਹੋ ਜਾਂਦੀ ਹੈ। ਇੱਕ ਚੀਜ਼ ਮੈਂ ਐਡ ਕਰਨਾ ਕਿ ਤੁਸੀਂ ਜਿਹੜੀ ਗੱਲ ਕਹੀ ਉਹਦੇ ਵਿੱਚ ਹੁਣ ਕੀ ਹੋ ਰਿਹਾ ਕਿ ਕਈ ਚੀਜ਼ਾਂ ਕਾਸਟਲੀ ਨੇ ਜੀ ਬਟ ਉਹਨਾਂ ਦੀ ਡਿਮਾਂਡ ਹੈ। ਮੈਨੂੰ ਉੱਤਰਾਖੰਡ ਦੇ ਵਿੱਚ ਮੌਕਾ ਜਦੋਂ ਮਿਲਿਆ ਤਾਂ ਮੈਂ ਦੇਖਿਆ ਕਿ ਉਹਨਾਂ ਨੇ ਜਿਹੜੇ ਵੀਡ ਨੇ ਉਹਨਾਂ ਦੇ ਵਿੱਚੋਂ ਰੇਸ਼ੇ ਕੱਢ ਕੇ ਉਹਨਾਂ ਨੂੰ ਜਿਹੜੇ ਕਾਲਰਸ ਦੇ ਵਿੱਚ ਬੁਕਰਮ ਪੈਂਦੀ ਹੈ ਉਹਦੇ ਉੱਤੇ ਸਿਲਾਈ ਕਰਕੇ ਪੇਂਟਿੰਗਸ ਬਣਾਈਆਂ ਨੇ। ਅੱਛਾ ਜੀ। ਔਰ ਅਸੀਂ ਵੀ ਕੋਸ਼ਿਸ਼ ਕੀਤੀ, ਅਸੀਂ ਪਿੱਪਲ ਦੇ ਪੱਤੇ ਦੀ ਸਕੈਲਟਨਿੰਗ ਕੀਤੀ, ਪਹਿਲਾਂ ਉਹਦੇ ਵਿੱਚੋਂ ਹਰਾ ਰੰਗ ਕੱਢਿਆ, ਉਹਦੇ ਉੱਤੇ ਪੇਂਟਿੰਗਸ ਬਣਾਈਆਂ ਜੀ। ਔਰ ਉਹ ਪੇਂਟਿੰਗਸ ਅਸੀਂ ਦਿੱਤੀਆਂ ਜਦੋਂ ਉੱਤਰਾਖੰਡ ਦੇ ਰਾਜਪਾਲ ਨੂੰ ਜੀ। ਸੋ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਕਿ ਉਹਨਾਂ ਨੇ ਪਹਿਲਾਂ ਉਹਨੂੰ ਮੱਥਾ ਟੇਕਿਆ ਜੀ, ਫਿਰ ਉਹਨੂੰ ਲਿਆ। ਵਾਹ! ਸੋ ਜਿਹੜੇ ਕਰਾਫਟ ਨੇ ਉਹਨਾਂ ਦੀ ਬੁੱਕਤ ਉਦੋਂ ਪੈ ਗਈ ਜਦੋਂ ਉਹਨਾਂ ਨੇ ਉਹਨੂੰ ਮੱਥਾ ਦਿੱਤੀ। ਹੁਣ ਆਪਾਂ ਸਕਰੀਨ ਦੇ ਉੱਤੇ ਥੋੜੀ ਦੇਰ ਤਾਈਂ ਦੇਖਾਂਗੇ, ਮੈਂ ਤੁਹਾਡੀ ਗੱਲ ਰੋਕ ਰਹੀ ਹਾਂ ਜੀ। ਹਾਂ ਬਿਲਕੁਲ ਜੀ, ਇਹ ਪਿੱਪਲ ਦੇ ਪੱਤੇ ਦੀ ਸਕੈਲਟਨਿੰਗ ਕਰਕੇ ਉਸ ਦੇ ਉੱਤੇ ਇਹ ਪੇਂਟਿੰਗ ਬਣਾਈ ਗਈ ਹੈ ਜੀ। ਸੋ ਇਹ ਕਾਫੀ ਡਿਮਾਂਡ ਦੇ ਵਿੱਚ ਚੱਲ ਰਹੀਆਂ ਨੇ ਔਰ ਸਾਡੇ ਕੋਲ ਇਹ ਬਣ ਵੀ ਨਹੀਂ ਰਹੀਆਂ ਇੰਨੀਆਂ ਅਮਾਉਂਟ ਦੇ ਵਿੱਚ ਕਿ ਅਸੀਂ ਸੇਲ ਕਰ ਸਕੀਏ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਇੰਸਟੀਚਿਊਟ ਵੱਲੋਂ ਸਾਨੂੰ ਆਰਡਰਸ ਆਏ ਕਿ ਤੁਸੀਂ ਇਹਦੀ ਜ਼ਿਆਦਾ ਅਮਾਉਂਟ ਵਿੱਚ ਸਾਨੂੰ ਬਣਾ ਕੇ ਦਿਓ
ਕਿ ਅਸੀਂ ਜਿਹੜੇ ਲੋਕਾਂ ਨੂੰ ਗਿਫਟ ਦਿੰਦੇ ਆ ਉਹਦੀ ਬਜਾਏ ਹੁਣ ਅਸੀਂ ਇਹ ਦੇਣਾ ਸ਼ੁਰੂ ਕਰ ਦਾਂਗੇ। ਇਹ ਮੈਨੂੰ ਲੱਗਦਾ ਕਲਰ ਲੈਣੇ ਪੈਂਦੇ ਹੋਣਗੇ। ਇਹ ਨਾਰਮਲੀ ਕਲਰਸ ਜਿਹੜੇ ਨੇ ਉਹ ਸਾਡੇ ਉਹੀ ਕਲਰਸ ਨੇ ਜਿਹੜੇ ਬੱਚੇ ਪੇਂਟਿੰਗ ਲਈ ਯੂਜ਼ ਕਰਦੇ ਨੇ। ਅੱਛਾ ਜੀ। ਸੋ ਫੈਬਰਿਕ ਕਲਰਸ ਨੇ, ਐਕ੍ਰੈਲਿਕ ਕਲਰਸ ਨੇ, ਉਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਬਹੁਤ ਖੂਬ। ਔਰ ਫਿਰ ਉਸ ਤੋਂ ਇੱਕ ਸੋਹਣੀ ਜੀ ਪੇਂਟਿੰਗ ਬਣੇਗੀ ਔਰ ਪੇਂਟਿੰਗ ਤੋਂ ਬਾਅਦ ਉਸ ਨੂੰ ਤੁਸੀਂ ਆਪਣੇ ਘਰ ਦੀਆਂ ਦੀਵਾਰਾਂ ਤੇ ਲਗਾ ਸਕਦੇ ਹੋ। ਅਸੀਂ ਘਰੇ ਡੈਕੋਰੇਸ਼ਨ ਪੀਸ ਲੈਣ ਦੇ ਲਈ ਬਹੁਤ ਜ਼ਿਆਦਾ ਕੁਝ ਜਾਣਦੇ ਹਾਂ, ਪਰ ਮੈਂ ਗੱਲਬਾਤ ਬਾਅਦ ਜਾਊਂਗੀ। ਇੱਕ ਗਿਫਟ ਤੁਸੀਂ ਦੇ ਰਹੇ ਹੋ ਸ਼ਾਇਦ ਮਾਨਯੋਗ ਰਾਜਪਾਲ ਜੀ ਨੂੰ। ਇਹ ਮਾਨਯੋਗ ਰਾਜਪਾਲ ਜੀ ਨੇ ਉੱਤਰਾਖੰਡ ਦੇ। ਸੋ ਉਹਨਾਂ ਨੂੰ ਉਹਨਾਂ ਦੀ ਵਾਈਫ ਨੇ ਨਾਲ, ਉਹਨਾਂ ਨੂੰ ਜਦੋਂ ਅਸੀਂ ਇਹ ਗਿਫਟ ਕੀਤੀਆਂ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਦੇਖਿਆ ਕਿ ਇਹ ਜਿਹੜੀਆਂ ਪੇਂਟਿੰਗਸ ਨੇ ਇਹ ਪਿੱਪਲ ਦੇ ਪੱਤੇ ਤੇ ਬਣੀਆਂ ਹੋਈਆਂ ਨੇ ਔਰ ਪਿੱਪਲ ਦੇ ਪੱਤੇ ਦੀ ਅਗਰ ਅਸੀਂ ਦੇਖੀਏ ਕਾਫੀ ਇੰਪੋਰਟੈਂਸ ਜਿਹੜੀ ਆ ਉਹ ਮੰਨੀ ਜਾਂਦੀ ਹੈ। ਕਾਦੀ ਪਿਕਚਰ ਬਣੀ ਹੋਈ ਹੈ ਜਿਹੜੀ ਮਾਨਯੋਗ ਰਾਜਪਾਲ ਜੀ ਨੇ ਪਕੜੀ ਹੋਈ? ਮੇਰੇ ਤੋਂ ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ। ਸੋ ਨਾਲ ਹੀ ਜਿਹੜੇ ਮੈਡਮ ਨੇ ਉਹਨਾਂ ਕੋਲ ਗੁਰੂ ਨਾਨਕ ਦੇਵ ਜੀ ਦੀ ਫੋਟੋਗ੍ਰਾਫ ਹੈ। ਵਾਹ, ਬਹੁਤ ਖੂਬ। ਔਰ ਬੜੀ ਅਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਜਦੋਂ ਕੁਝ ਚੀਜ਼ ਡੈਕੋਰੇਟ ਕਰਨੀ ਹੁੰਦੀ ਆ ਸਾਡਾ ਦਿਮਾਗ 'ਚ ਇੱਕ ਤਾਂ ਪਹਿਲਾਂ ਦਿਮਾਗ 'ਚ ਆਉਂਦਾ ਕਿ ਪਲਾਸਟਿਕ ਵਾਲੀ ਦੁਕਾਨ ਤੇ ਚੱਲ ਜਾਂਦੇ, ਫੁੱਲਾਂ ਉੱਥੇ ਪਲਾਸਟਿਕ ਦੇ ਬਥੇਰੇ ਮਿਲ ਜਾਣਗੇ, ਫਿਰ ਐਡੇ ਮਹਿੰਗੇ ਅਸੀਂ ਐਂਟੀਕ ਪੀਸਿਸ ਲੈਂਦੇ ਆ। ਪਰ ਹੁਣ ਮੈਂ ਕਈ ਜਗ੍ਹਾ ਦੇਖਿਆ ਬਹੁਤ ਜ਼ਿਆਦਾ ਰਿਵਾਜ ਚੱਲਿਆ ਹੋਇਆ ਜਿਹੜੇ ਟੇਬਲ ਵੀ ਨੇ ਡਰਾਇੰਗ ਰੂਮ ਦੇ, ਉਹ ਵੀ ਦਰਖਤਾਂ ਦੀਆਂ ਜੜ੍ਹਾਂ ਜਗ੍ਹਾ ਲੈਣ ਲੱਗੀਆਂ। ਬਿਲਕੁਲ। ਦੇਖੋ ਉਹਨੂੰ ਅਸੀਂ ਡ੍ਰਿਫਟ ਵੁੱਡ ਕਹਿੰਦੇ ਆ। ਹੁੰਦਾ ਕੀ ਹੈ ਕਿ ਜਿਹੜੇ ਦਰਖਤ ਕੱਟ ਦਿੱਤੇ ਜਾਂਦੇ ਨੇ ਜਾਂ ਸੁੱਕ ਜਾਂਦੇ ਨੇ ਜੀ, ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਕੱਢ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਰੇਗਮਾਰ ਦੇ ਨਾਲ ਸਾਫ਼ ਕਰ ਲਿਆ ਜਾਂਦਾ ਹੈ ਜੀ, ਗਿੱਲਾ ਕੀਤਾ ਜਾਂਦਾ, ਉਹਦਾ ਬਾਹਰਲਾ ਕਵਰ ਉਤਾਰ ਲਿਆ ਜਾਂਦਾ, ਫਿਰ ਉਹਨੂੰ ਰੇਗਮਾਰ ਨਾਲ ਸਾਫ਼ ਕਰਦੇ ਨੇ। ਸੋ ਉਸ ਤੋਂ ਬਾਅਦ ਉਹਦੇ ਉੱਤੇ ਜਾਂ ਤਾਂ ਵਾਰਨਿਸ਼ ਕਰ ਦਿੱਤੀ ਜਾਂਦੀ ਹੈ, ਜੇ ਉਹਦੇ ਕਲਰ ਨਹੀਂ ਸਹੀ ਤਾਂ ਉੱਤੇ ਪੇਂਟ ਕਰਕੇ ਫਿਰ ਵਾਰਨਿਸ਼ ਕੀਤੀ ਜਾਂਦੀ ਹੈ। ਔਰ ਹੈਰਾਨੀ ਵਾਲੀ ਗੱਲ ਹੈ ਕਿ ਬਹੁਤ ਵੱਡੀ ਅਖਬਾਰ ਦੀ ਮੈਂ ਗੱਲ ਕਰ ਰਿਹਾ ਜੀ, ਉਹਦੇ ਵਿੱਚ ਇੱਕ ਆਰਟੀਕਲ ਸੀ ਪੂਰਾ ਜੀ ਕਿ ਜਿਹੜੇ ਡ੍ਰਿਫਟ ਵੁੱਡ ਤੋਂ ਚੀਜ਼ਾਂ ਬਣ ਰਹੀਆਂ ਨੇ ਜੀ ਉਹ ਇੰਗਲੈਂਡ ਦੇ ਵਿੱਚ ਜਾ ਕੇ ਸੇਲ ਹੋ ਰਹੀਆਂ ਨੇ। ਅੱਛਾ ਜੀ। ਔਰ ਨਾ ਸਿਰਫ ਇੱਥੇ ਰੁਪੀਸ 'ਚ ਬਣ ਰਹੀਆਂ ਨੇ, ਉੱਥੇ ਪੌਂਡਸ 'ਚ ਵਿਕ ਰਹੀਆਂ ਨੇ। ਔਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਡ੍ਰਿਫਟ ਵੁੱਡ ਤੋਂ ਬਣੇ ਹੋਏ ਟੇਬਲ ਲੈਂਪਸ ਜੀ ਆਲਮੋਸਟ ਜਦੋਂ ਉੱਥੇ ਜਾ ਕੇ ਵਿਕਦੇ ਨੇ ਤਾਂ ਉਹਦਾ ਰੇਟ ਜਿਹੜਾ ਹੈ ਆਲਮੋਸਟ 35,000 ਹੁੰਦਾ। ਔਰ ਮੈਂ ਕਹਿੰਦਾ 35,000 ਨਾ ਵੀ ਮਿਲੇ, ਸਾਨੂੰ 3500 ਮਿਲ ਜੇ, ਉਹ ਸਾਡੇ ਲਈ ਸਫੀਸ਼ੀਐਂਟ ਹੈ। ਵਾਹ, ਬਹੁਤ ਖੂਬ। ਔਰ ਸਾਡੇ ਕੋਲ ਟਾਈਮ ਬਹੁਤ ਘੱਟ ਹੈ, ਜਾਂਦੇ ਜਾਂਦੇ ਕੁਝ ਤੁਸੀਂ ਖਾਸ ਕਹਿਣਾ ਚਾਹੋ? ਮੈਂ ਇਹੀ ਰਿਕੁਐਸਟ ਕਰਨਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਕਿ ਵੇਸਟ ਦੁਨੀਆ ਵਿੱਚ ਕੁਝ ਵੀ ਨਹੀਂ ਹੈ, ਸਾਰਿਆਂ ਨੂੰ ਵਰਤਿਆ ਜਾ ਸਕਦਾ। ਬਿਲਕੁਲ। ਔਰ ਕੋਸ਼ਿਸ਼ ਕਰੀਏ ਕਿ ਅਸੀਂ ਰਹਿੰਦ ਖੂੰਹਦ ਨੂੰ ਵਰਤੀਏ, ਕਿਉਂਕਿ ਰਹਿੰਦ ਖੂੰਹਦ ਇੰਨੀ ਕੁ ਜ਼ਿਆਦਾ ਹੋ ਜਾਏਗੀ ਕਿ ਉਹ ਸਾਡੇ এনवायरमेंट ਨੂੰ ਖਰਾਬ ਕਰੇਗੀ ਜੀ। ਸੋ ਅਸੀਂ ਵੀ ਕੋਈ ਨਾ ਕੋਈ ਨਵੇਂ ਤਰੀਕੇ ਲੱਭੀਏ ਕਿ ਰਹਿੰਦ ਖੂੰਹਦ ਨੂੰ ਯੂਟਿਲਾਈਜ਼ ਕਰੀਏ ਤੇ ਉਹਦੇ ਤੋਂ ਇਨਕਮ ਦਾ ਸਾਧਨ ਕ੍ਰੀਏਟ ਕਰੀਏ। ਬਹੁਤ ਸ਼ੁਕਰੀਆ ਡਾਕਟਰ ਜੁਝਾਰ ਸਿੰਘ ਜੀ ਪ੍ਰੋਗਰਾਮ 'ਚ ਆਉਣ ਦੇ ਲਈ। ਔਰ ਮੈਂ ਉਮੀਦ ਕਰਦੀ ਹਾਂ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਏਗਾ ਕਿ ਕਿਹੜੀਆਂ ਚੀਜ਼ਾਂ ਅਸੀਂ ਐਂ ਹੀ ਸੋਚਦੇ ਰਹਿੰਦੇ ਹਾਂ ਕਿ ਇਹ ਵੇਸਟ ਨਹੀਂ, ਪਰ ਉਹ ਵੇਸਟ ਨਹੀਂ, ਬਹੁਤ ਕੀਮਤੀ ਨੇ ਸਾਡੀ ਖੇਤੀਬਾੜੀ ਦੀਆਂ। ਪਰ ਫਿਲਹਾਲ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਜੀ। ਸ਼ੁਕਰੀਆ ਤੁਹਾਡਾ ਵੀ। ਧੰਨਵਾਦ।